ਕੰਮ ਕਰਨ ਦੀ ਲੋੜ ਹੈ ਜੀ। सियासत बदल गई, कैप्टन साहब बदल गए, मुख मंत्री चन्नी साहब आ गए जी। हुण नवा फिर ਇਹਦੇ ਵਿੱਚ ਇੱਕ ਟਵਿਸਟ ਆ ਗਿਆ ਜੀ ਕਿ ਉਹਨਾਂ ਨੇ ਸਿੱਧੂ ਸਾਹਿਬ ਨੇ ਰਿਜ਼ਾਈਨ ਦਿੱਤਾ ਜੀ। ਹੁਣ ਉਹਨਾਂ ਦੀ ਜਿਹੜੀ ਗੱਲਬਾਤ ਵਿੱਚ ਕਿਉਂ ਰਿਜ਼ਾਈਨ ਦਿੱਤਾ, ਨਾਰਾਜ਼ ਕਿਉਂ ਹੋ ਗਏ ਕਿ ਉਹਨਾਂ ਦੇ ਮੁਤਾਬਕ ਬੰਦੇ ਲੱਗਣੇ ਚਾਹੀਦੇ ਸੀ ਜੀ। ਅਸਲ ਤਾਂ ਫਿਰ ਧੋਖਾ ਬੱਚੇ ਲੋਕਾਂ ਆਮ ਪਬਲਿਕ ਨਹੀਂ ਹੋ ਰਿਹਾ। ਹਾਂਜੀ, ਉਹ ਪਬਲਿਕ ਨਾਲ ਧੋਖਾ ਹੈ ਵੀ ਜੇ ਹੁਣ ਤੁਸੀਂ ਬੈਠਣ ਨਹੀਂ ਦਿਓਗੇ, ਉਹਨਾਂ ਨੂੰ ਕੰਮ ਨਹੀਂ ਕਰਨ ਦਿਓਗੇ, ਉਹਨਾਂ ਨੂੰ ਆਪਣੀ ਸੀਟ ਦੇ ਉੱਤੇ ਉਹ ਕਦੋਂ ਕੰਮ ਕਰਨਗੇ? ਇਹਨਾਂ ਨੂੰ ਕਰਦੇ ਕਰਦੇ 90 ਦਿਨ ਬੀਤ ਜਾਣੇ। ਜਦੋਂ ਤੁਹਾਨੂੰ ਗੱਦੀ ਮਿਲ ਜਾਂਦੀ ਹੈ ਤੁਸੀਂ ਗੱਦੀ ਦੇ ਨਾਲ ਐਦਾਂ ਚਿਪਕ ਕੇ ਬੈਠ ਜਾਂਦੇ ਹੋ ਕਿ ਸਾਨੂੰ ਗੱਦੀ ਸਾਡੀ ਗਈ ਹੱਥੋਂ। ਤੇ ਇਹਦਾ ਮਤਲਬ ਹੈ ਲੋਕਾਂ ਨਾਲ ਕਿੱਡਾ ਧੋਖਾ। ਤੁਸੀਂ ਆਪ ਦੀ ਗੱਦੀ ਵਾਸਤੇ ਜੋ ਮਰਜ਼ੀ ਕਰ ਸਕਦੇ ਹੋ ਤੇ ਲੋਕਾਂ ਦੇ ਵਾਸਤੇ ਜੋ ਤੁਹਾਨੂੰ ਚੁਣ ਕੇ ਲੈ ਕੇ ਆਉਂਦੇ ਆ, ਜਿਹੜੇ ਤੁਹਾਨੂੰ ਬਿਠਾਉਂਦੇ ਆ ਗੱਦੀਆਂ ਤੇ, ਉਹਨਾਂ ਵਾਸਤੇ ਤੁਸੀਂ 1 ਮਿੰਟ ਦੇ ਵਿੱਚ ਸਾਰਾ ਜੋ ਵੀ ਸਫਾਇਆ ਕਰ ਦਿੰਦੇ ਹੋ। ਮੈਂ ਨੋਟਿਸ ਕਰ ਰਿਹਾ ਪੰਜਾਬ ਦੀ ਜਨਤਾ ਦੇ ਨਾਲ ਬਹੁਤ ਵੱਡਾ ਜ਼ਬਰਦਸਤ ਧੋਖਾ ਹੋ ਰਿਹਾ ਹੈ। ਅੱਛਾ ਜੀ। ਉਹ ਧੋਖੇ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਾਰੇ ਬੰਦੇ, ਸਾਰੀਆਂ ਪਾਰਟੀਆਂ, ਜਿਵੇਂ ਕਾਂਗਰਸ ਦੀ ਪਾਰਟੀ ਦਾ ਇਸ ਟਾਈਮ ਰਾਜ ਹੈ, ਉਹ ਆਪਣੀ ਸਿਆਸਤ ਨੂੰ, ਆਪਣੇ ਆਪ ਨੂੰ, ਆਪਣੀ ਗੱਦੀ ਨੂੰ, ਆਪਣੇ ਮੁੱਖ ਮੰਤਰੀ ਦੇ ਨਜ਼ਰੀਏ ਨੂੰ ਜਾਂ ਆਪਣੀ ਪ੍ਰਧਾਨ ਦੇ ਨਜ਼ਰੀਏ ਨੂੰ ਦੇਖਦੇ ਹੋਏ ਉਹ ਚੀਜ਼ਾਂ ਵੱਲ ਗੌਰ ਕੀਤਾ ਜਾਂਦਾ। ਲੇਕਿਨ ਉਹਦਾ ਦੂਸਰਾ ਪੁਆਇੰਟ ਇਹ ਹੈ ਕਿ ਇਹ ਨਹੀਂ ਦੇਖ ਰਿਹਾ ਵੀ ਲੋਕੀ ਕੀ ਚਾਹੁੰਦੇ ਆ, ਪਬਲਿਕ ਕੀ ਚਾਹੁੰਦੀ ਹੈ, ਪਬਲਿਕ ਨੂੰ ਕੀ ਚਾਹੀਦਾ। ਸਿੱਧੂ ਸਾਹਿਬ ਹੈ ਉਹ ਬੜੇ ਗਰਮਜੋਸ਼ੀ ਦੇ ਬੰਦੇ ਆ। ਉਹ ਮੈਂ ਚਾਹੁੰਦਾ ਵਾਂ ਕਿ ਇਹਨਾਂ ਨੂੰ ਥੋੜਾ ਜਿਹਾ ਨਿਮਰਤਾ ਨਾਲ, ਸੂਝ-ਬੂਝ ਨਾਲ ਆਪਣੀ ਪੜ੍ਹਾਈ ਲਿਖਾਈ ਦਾ ਆਪਣਾ ਐਕਸਪੀਰੀਅੰਸ, ਜਿਹੜਾ ਕਹਿੰਦੇ ਨੇ ਕਿ ਮੈਨੂੰ 17 ਸਾਲ ਹੋ ਗਏ ਆ ਵੀ ਮੈਨੂੰ ਸਿਆਸਤ 'ਚ ਆਇਆ, ਬਹੁਤ ਵੱਡਾ ਐਕਸਪੀਰੀਅੰਸ ਆ, ਫਿਰ ਉਹ ਸਿਆਣਾ ਹੀ ਕਦੋਂ ਬਣਾਉਂਦੇ। ਕੈਪਟਨ ਸਾਹਿਬ ਆਪ ਦੀ ਪਾਰਟੀ ਬਹੁਤ ਜਲਦੀ ਬਣਾਉਣ ਵਾਲੇ ਨੇ। ਉਹਨਾਂ ਨੇ ਈਵਨ ਇੱਥੇ ਤੱਕ ਕਿ ਇਸ਼ਾਰੇ ਵੀ ਦੇ ਦਿੱਤੇ ਆ, ਸੂਤਰਾਂ ਦੇ ਮੁਤਾਬਕ ਖਬਰ ਵੀ ਆਈ ਹੈ ਕਿ ਉਹ ਆਪਣੀ ਇਸ ਪਲੈਨਿੰਗ 'ਚ ਸ਼ੁਰੂ ਹੋ ਚੁੱਕੇ ਨੇ। 10 ਸਾਲ ਦੀ ਜਿਹੜੀ ਸਰਕਾਰਾਂ ਪਹਿਲਾਂ ਆਈਆਂ, ਬਾਦਲ ਸਾਹਿਬ ਦੀ ਤੇ ਭਾਰਤੀ ਜਨਤਾ ਪਾਰਟੀ, ਉਹ ਸਰਕਾਰਾਂ ਵੀ ਤੁਸੀਂ ਦੇਖ ਚੁੱਕੇ ਹੋ। ਕੋਈ ਸਰਕਾਰ ਆਪਣਾ ਇੱਕ ਜਿਹੜਾ ਇੱਥੇ ਦਾ ਰਹਿਣ ਵਾਲਾ ਵਾਸੀ ਹੈ ਉਹ ਅੱਜ ਦੀ ਡੇਟ ਵਿੱਚ ਕਰਜ਼ਾਈ ਹੈ। ਸਰਕਾਰ 3 ਲੱਖ ਕਰੋੜ ਦੀ ਕਰਜ਼ਾਈ ਹੈ। ਸਤਿ ਸ਼੍ਰੀ ਅਕਾਲ ਜੀ। SMZ ਨਿਊਜ਼ ਦੇਖਦੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਸ਼ਮੀਰ ਸਿੰਘ। ਪੰਜਾਬ ਦੀ ਸਿਆਸਤ ਵਿੱਚ ਬਹੁਤ ਵੱਡਾ ਫੇਰਬਦਲ ਹੋ ਚੁੱਕਾ ਹੈ ਅਤੇ ਸਾਰੀਆਂ ਹੀ ਪਾਰਟੀਆਂ ਆਪਣਾ ਪੂਰਾ ਜ਼ੋਰ ਲਗਾ ਰਹੀਆਂ ਹਨ ਕਿਉਂਕਿ 2022 ਦੀਆਂ ਚੋਣਾਂ ਸਿਰ ਤੇ ਹਨ। ਦੂਸਰੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਦੌਰੇ ਦੌਰਾਨ ਆਪਣੀ ਦੂਸਰੀ ਵੱਡੀ ਗਰੰਟੀ ਦਾ ਐਲਾਨ ਕਰ ਗਏ ਨੇ। ਇਹਨਾਂ ਸਾਰੇ ਮੁੱਦਿਆਂ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਹਨ SMZ ਨਿਊਜ਼ ਦੇ ਐਡੀਟਰ ਇਨ ਚੀਫ BK ਬੁਏਜਾ ਜੀ। ਸਤਿ ਸ਼੍ਰੀ ਅਕਾਲ ਚਾਚਾ ਦੇ ਵਿਸ਼ੇ ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਪੰਜਾਬ ਦੀ ਸਿਆਸਤ ਵਿੱਚ ਬਹੁਤ ਹੀ ਉਤਰਾਅ ਚੜਾਅ ਦੇਖਣ ਨੂੰ ਮਿਲ ਰਹੇ ਨੇ, ਕੀ ਸੋਚਦੇ ਹੋ ਇਸ ਬਾਰੇ? ਦੇਖੋ, ਗੱਲ ਇਹ ਹੈ, ਇਹ ਜਿਹੜਾ ਵਿਸ਼ਾ ਤੁਹਾਡਾ ਤੁਸੀਂ ਜਿਹੜਾ ਦੱਸ ਰਹੇ ਹੋ, ਉਤਰਾਅ ਚੜਾਅ ਤਾਂ ਜੋ ਕੁਝ ਸੀਗਾ ਉਹ ਸਾਰਿਆਂ ਨੇ ਆਪਣੇ ਆਪਾਂ ਵਿਊਅਰਸ ਨੂੰ ਦੱਸ ਚੁੱਕੇ ਆ। ਉਹਦੇ ਵਿੱਚ ਇਹ ਹੈ, ਉਤਰਾਅ ਚੜਾਅ 'ਚ ਜਿਹੜਾ ਸਿੱਧੂ ਸਾਹਿਬ ਨੇ ਪਹਿਲਾਂ ਤਾਂ ਆਪਣਾ ਤਖਤਾ ਪਲਟਿਆ ਕੈਪਟਨ ਅਮਰਿੰਦਰ ਸਿੰਘ ਜੀ ਦਾ, ਫਿਰ ਉਹ ਤਖਤਾ ਬਦਲਣ ਤੋਂ ਬਾਅਦ ਆਪਣੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਜੀ ਚੰਨੀ ਜੀ ਆ ਗਏ ਤੇ ਹੁਣ ਨਵੀਂ ਜਿਹੜੀ ਸਿਆਸਤ ਗਰਮਾਈ ਹੈ ਉਹ ਸਿੱਧੂ ਸਾਹਿਬ ਨੇ ਜਿਵੇਂ ਰਿਜ਼ਾਈਨ ਦੇ ਦਿੱਤਾ। ਇਹ ਜਿਹੜੀਆਂ ਚੀਜ਼ਾਂ ਨੇ, ਇਹ ਜਿਹੜੀਆਂ ਚਰਚਾਵਾਂ ਨੇ, ਇਹ ਬੜੀਆਂ ਮਨਭਾਗੀਆਂ ਹੈਗੀਆਂ। ਉਹਦਾ ਕਾਰਨ ਹੈ ਵੀ ਇੱਥੇ ਇਹ ਦੇਖਿਆ ਜਾ ਰਿਹਾ, ਜੋ ਮੈਂ ਨੋਟਿਸ ਕਰ ਰਿਹਾ, ਪੰਜਾਬ ਦੀ ਜਨਤਾ ਦੇ ਨਾਲ ਬਹੁਤ ਵੱਡਾ ਜ਼ਬਰਦਸਤ ਧੋਖਾ ਹੋ ਰਿਹਾ। ਉਹ ਧੋਖੇ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਾਰੇ ਬੰਦੇ, ਸਾਰੀਆਂ ਪਾਰਟੀਆਂ, ਜਿਵੇਂ ਕਾਂਗਰਸ ਦੀ ਪਾਰਟੀ ਦਾ ਇਸ ਟਾਈਮ ਰਾਜ ਹੈ, ਉਹ ਆਪਣੀ ਸਿਆਸਤ ਨੂੰ, ਆਪਣੇ ਆਪ ਨੂੰ, ਆਪਣੀ ਗੱਦੀ ਨੂੰ, ਆਪਣੇ ਮੁੱਖ ਮੰਤਰੀ ਦੇ ਨਜ਼ਰੀਏ ਨੂੰ ਜਾਂ ਆਪਣੀ ਪ੍ਰਧਾਨ ਦੇ ਨਜ਼ਰੀਏ ਨੂੰ ਦੇਖਦੇ ਹੋਏ ਉਹ ਚੀਜ਼ਾਂ ਵੱਲ ਗੌਰ ਕੀਤਾ ਜਾਂਦਾ। ਲੇਕਿਨ ਉਹਦਾ ਦੂਸਰਾ ਪੁਆਇੰਟ ਇਹ ਹੈ ਕਿ ਇਹ ਨਹੀਂ ਦੇਖ ਰਿਹਾ ਵੀ ਲੋਕੀ ਕੀ ਚਾਹੁੰਦੇ ਆ, ਪਬਲਿਕ ਕੀ ਚਾਹੁੰਦੀ ਹੈ, ਪਬਲਿਕ ਨੂੰ ਕੀ ਚਾਹੀਦਾ। ਪਬਲਿਕ ਕੀ ਇਹਨਾਂ ਚੀਜ਼ਾਂ ਨੂੰ ਦੇਖਣ ਵਾਸਤੇ ਹੈ, ਉਹ ਵੀ ਹਾਂ ਵੀ ਕਿਹੜੇ ਬੰਦੇ ਨੇ ਗੱਦੀ ਲੈ ਲਈ, ਕਿਹੜੇ ਬੰਦੇ ਨੇ ਛੱਡਤੀ, ਤੇ ਪਬਲਿਕ ਦੇ ਮੁੱਦੇ ਕੀ ਹੈ, ਉਹ ਤੁਹਾਨੂੰ ਮੁੱਦਿਆਂ ਨੂੰ ਸੋਲਵ ਕਰਨਾ ਚਾਹੀਦਾ ਹੈ। ਆਪਸੀ ਲੜਾਈ ਦੇ ਵਿੱਚ ਤੁਸੀਂ ਕੀ ਸੋਚਦੇ ਹੋ ਵੀ ਤੁਸੀਂ ਆਪਦੀ ਲੜਾਈ ਲੜ ਲਈ, ਉਹ ਲੜਾਈ ਦੇ ਵਿੱਚ ਪਬਲਿਕ ਨੂੰ ਸੈਟੀਸਫਾਈਡ ਕਰ ਲਓਗੇ? ਸੈਟੀਸਫਾਈਡ ਕਿੱਦਾਂ ਕਰ ਦੋਗੇ? ਜਿਹੜੇ ਮੁੱਦੇ ਆਲਰੇਡੀ ਜਿਹਦੇ ਉੱਤੇ ਕੰਮ ਕਰਨਾ ਚਾਹੀਦਾ ਉਹ ਕੰਮ ਕਰਨ ਦੀ ਲੋੜ ਹੈ। ਸਿਆਸਤ ਬਦਲ ਗਈ, ਕੈਪਟਨ ਸਾਹਿਬ ਬਦਲ ਗਏ, ਮੁੱਖ ਮੰਤਰੀ ਚੰਨੀ ਸਾਹਿਬ ਆ ਗਏ, ਹੁਣ ਨਵਾਂ ਫਿਰ ਇਹਦੇ ਵਿੱਚ ਇੱਕ ਟਵਿਸਟ ਆ ਗਿਆ ਕਿ ਉਹਨਾਂ ਨੇ ਸਿੱਧੂ ਸਾਹਿਬ ਨੇ ਰਿਜ਼ਾਈਨ ਦਿੱਤਾ। ਹੁਣ ਉਹਨਾਂ ਦੀ ਜਿਹੜੀ ਗੱਲਬਾਤ ਦੇ ਵਿੱਚ ਕਿਉਂ ਰਿਜ਼ਾਈਨ ਦਿੱਤਾ, ਨਾਰਾਜ਼ ਕਿਉਂ ਹੋ ਗਏ ਕਿ ਉਹਨਾਂ ਦੇ ਮੁਤਾਬਕ ਬੰਦੇ ਲੱਗਣੇ ਚਾਹੀਦੇ ਸੀ। ਅਸਲ ਤਾਂ ਫਿਰ ਧੋਖਾ
ਬੱਚੇ ਲੋਕਾਂ ਆਮ ਪਬਲਿਕ ਨਹੀਂ ਹੋ ਰਿਹਾ। ਹਾਂਜੀ, ਉਹ ਪਬਲਿਕ ਨਾਲ ਧੋਖਾ ਹੈ ਵੀ ਜੇ ਹੁਣ ਤੁਸੀਂ ਬੈਠਣ ਨਹੀਂ ਦਿਓਗੇ, ਉਹਨਾਂ ਨੂੰ ਕੰਮ ਨਹੀਂ ਕਰਨ ਦਿਓਗੇ, ਉਹਨਾਂ ਨੂੰ ਆਪਣੀ ਸੀਟ ਦੇ ਉੱਤੇ, ਉਹ ਕਦੋਂ ਕੰਮ ਕਰਨਗੇ? ਇਹਨਾਂ ਨੂੰ ਕਰਦੇ ਕਰਦੇ 90 ਦਿਨ ਬੀਤ ਜਾਣੇ, ਫਿਰ ਕੰਮ ਕਿੱਥੇ ਰਹਿ ਜਾਊਗਾ? ਹਾਂਜੀ ਹਾਂਜੀ, ਨਵਜੋਤ ਸਿੰਘ ਸੀਫੇ ਦੇ ਬਾਰੇ ਗੱਲ ਕਰ ਲੈਂਦੇ ਆ, ਹਜੇ ਵੀ ਅੜੇ ਹੋਏ ਨੇ, ਕੀ ਦੇਖਦੇ ਹੋ ਸਰ? ਦੇਖੋ ਗੱਲ ਇਹ ਹੈ, ਮੈਂ ਕਈ ਵਾਰੀ ਇਹ ਗੱਲ ਚਰਚਾ ਦੇ ਪ੍ਰੋਗਰਾਮ ਦੇ ਵਿੱਚ ਆਪਣੀ ਇਹ ਗੱਲ ਕੀਤੀ ਹੈ, ਜਿਹੜੇ ਸਿੱਧੂ ਸਾਹਿਬ ਹੈ ਉਹ ਬੜੇ ਗਰਮਜੋਸ਼ੀ ਦੇ ਬੰਦੇ ਆ, ਉਹ ਮੈਂ ਚਾਹੁੰਦਾ ਵਾਂ ਕਿ ਇਹਨਾਂ ਨੂੰ ਥੋੜਾ ਜਿਹਾ ਨਿਮਰਤਾ ਨਾਲ, ਸੂਝ-ਬੂਝ ਨਾਲ ਆਪਣੀ ਪੜ੍ਹਾਈ ਲਿਖਾਈ ਦਾ ਆਪਣਾ ਐਕਸਪੀਰੀਅੰਸ, ਜਿਹੜਾ ਉਹ ਕਹਿੰਦੇ ਨੇ ਕਿ ਮੈਨੂੰ 17 ਸਾਲ ਹੋ ਗਏ ਆ ਵੀ ਮੈਨੂੰ ਸਿਆਸਤ ਚ ਆਇਆ, ਬਹੁਤ ਵੱਡਾ ਐਕਸਪੀਰੀਅੰਸ ਆ, ਫਿਰ ਉਹ ਸਿਆਣੇ ਕਦੋਂ ਬਣਨਗੇ? ਹਾਂਜੀ, ਉਹ ਆਪਦੇ ਜਿਹੜੀ ਜਿਨ੍ਹਾਂ ਦੇ ਕਰਕੇ ਉਹ ਬੋਲਦੇ ਆ ਕਿ ਮੈਂ ਪੰਜਾਬ ਵਾਸਤੇ ਆਹ ਕਰਨਾ ਚਾਹੁੰਦਾ ਵਾਂ, ਹਾਂਜੀ, ਪੰਜਾਬ ਦੀ ਪਬਲਿਕ ਜਿਹੜੀ ਹੈਗੀ ਉਹ ਕਈ ਉਹਨਾਂ ਦੇ ਇਹੋ ਜਿਹੇ ਡਿਸੀਜਨਾਂ ਤੋਂ ਬਹੁਤ ਹਰਟ ਹੁੰਦੀ ਹੈ। ਹਾਂਜੀ, ਉਹ ਜਿਹੜੀ ਪਬਲਿਕ ਹੈ, ਜਿਹੜੀ ਉਹਨਾਂ ਦੇ ਮਗਰ ਹੈ, ਜਿਹੜੀ ਉਹਨਾਂ ਨੂੰ ਚਾਹੁੰਦੀ ਹੈ ਕਿ ਸਿੱਧੂ ਸਾਹਿਬ ਸਾਡੇ ਨੇਤਾ ਨੇ, ਉਹ ਪੰਜਾਬ ਨੂੰ ਸਾਡੇ ਅੱਗੇ ਲੈ ਕੇ ਜਾਣਾ ਚਾਹੁੰਦੇ ਆ, ਪਰ ਨਾਲ ਦੀ ਨਾਲ ਕਈ ਪੱਖੋਂ ਨਾਰਾਜ਼ ਵੀ ਨੇ ਕਿ ਜੇ ਆਪਾਂ ਕੋਈ ਪ੍ਰੋਗਰਾਮ, ਕੋਈ ਮਤਾ ਰੱਖਿਆ ਹਾਂ ਵੀ ਸਰਕਾਰ ਕੋਲ ਆਹ ਕੰਮ ਲੈਣੇ ਆ, ਜਾਂ ਪਬਲਿਕਲੀ ਆਪਾਂ ਸੁਣਦੇ ਆ ਕਿ ਆਹ ਬੰਦੇ ਗਲਤ ਲੱਗ ਗਏ, ਇਹਨਾਂ ਨੂੰ ਚੇਂਜ ਕਰਨਾ, ਇਹਦਾ ਮਸਲਾ ਇਹ ਨਹੀਂ ਹੱਲ ਹੈਗਾ ਕਿ ਹਾਂ ਵੀ ਆਪਾਂ ਰਿਜ਼ਾਈਨ ਦੇ ਦਈਏ, ਇਹ ਬੈਠ ਕੇ ਵੀ ਗੱਲ ਕੀਤੀ ਜਾ ਸਕਦੀ ਸੀ। ਅੱਛਾ, ਤੁਹਾਡੇ ਮੁਤਾਬਕ ਇਹਨਾਂ ਨੂੰ ਚੰਨੀ ਸਾਹਿਬ ਨਾਲ ਰਲ ਕੇ ਚੱਲਣਾ ਚਾਹੀਦਾ? ਬਿਲਕੁਲ, ਕਿਉਂਕਿ ਉਹਦਾ ਕਾਰਨ ਹੈ ਚੰਨੀ ਸਾਹਿਬ ਮੁੱਖ ਮੰਤਰੀ ਨੇ, ਸਰਕਾਰ ਚਲਾ ਰਹੇ ਨੇ, ਔਰ ਇਹਨਾਂ ਦੇ ਰਿਕਮੈਂਡਡ ਮੁੱਖ ਮੰਤਰੀ ਨੇ, ਕਿਉਂਕਿ ਜਿਵੇਂ ਕਿ ਸਾਰੇ ਲੋਕਾਂ ਨੂੰ ਪਤਾ ਹੈ ਕਿ ਪਹਿਲਾਂ ਸੁਨੀਲ ਜਾਖੜ ਜੀ ਦਾ ਨਾਮ ਆ ਰਿਹਾ ਸੀ ਜੀ, ਫਿਰ ਰੰਧਾਵਾ ਸਾਹਿਬ ਦਾ ਨਾਮ ਆ ਰਿਹਾ ਸੀ ਜੀ, ਅੰਬਿਕਾ ਸੋਨੀ ਦਾ ਨਾਮ ਵੀ ਆਇਆ, ਤੇ ਐਂਡ ਤੇ ਫੈਸਲਾ ਹੋਇਆ ਕਿ ਜੇ ਇਹਨਾਂ ਨੇ ਰਿਕਮੈਂਡ ਕੀਤਾ ਲੋਈ ਚੰਨੀ ਸਾਹਿਬ ਜਿਹੜੇ ਹੈ ਬਹੁਤ ਨਿਚਲੇ ਤਬਕੇ ਤੋਂ ਆਉਂਦੇ ਆ, ਉਹਦੇ ਮੁਤਾਬਕ ਆਪਾਂ ਇੱਕ ਗਰੀਬ ਤਬਕੇ ਨੂੰ ਜਿਵੇਂ ਉੱਪਰ ਲੈ ਕੇ ਜਾਣਾ ਹੈ, ਕਿਉਂਕਿ ਇਹਦੇ ਮਿਹਨਤੀ ਬੰਦੇ ਆ, ਨਾਲੇ ਇਹਦੇ ਨਾਲ ਬਹੁਤ ਕੁਝ ਪਹਿਲਾਂ ਵੀ ਮੰਤਰੀ ਰਹਿ ਚੁੱਕੇ ਨੇ, ਵੈਲ ਐਜੂਕੇਟਡ ਨੇ। ਹਾਂ ਬਿਲਕੁਲ, ਇਹ ਗੱਲ ਕਿਹਾ ਜਾ ਸਕਦਾ ਹੈ। ਦੂਸਰੀ ਗੱਲ ਹੈਗੀ ਹੈ ਕਿ ਇਸ ਕਰਕੇ ਹੀ ਉਹਨਾਂ ਨੇ ਇਹਨੂੰ ਰਿਕਮੈਂਡ ਕੀਤਾ ਸੀ ਕਿ ਇਹ ਐਕਸਪੀਰੀਅੰਸ ਦੇ, ਔਰ ਉਹਦੇ ਹਿਸਾਬ ਨਾਲ ਮੈਂ ਸਮਝਦਾ ਉਹਨਾਂ ਨੂੰ ਕੰਮਾਂ ਕਾਰਾਂ ਦੇ ਉੱਤੇ ਧਿਆਨ ਦੇਣਾ ਚਾਹੀਦਾ, ਨਾ ਕਿ ਇਹ ਨਜ਼ਰੀਆ ਹੁਣ ਜਿਵੇਂ ਹੁਣ ਵੀ ਉਹ ਇੱਕ ਕਿਹਾ ਜਾ ਸਕਦਾ ਹੈ ਕਿ ਜਿਵੇਂ ਹਜੇ ਵੀ ਉਹਨਾਂ ਦੀ ਜਿਹੜੀ ਰੂਠਣਾ ਜਾਂ ਨਾਰਾਜ਼ ਹੋਣਾ ਹਜੇ ਵੀ ਉਹਨਾਂ ਦਾ ਪੂਰਾ ਠੀਕ ਨਹੀਂ ਹੋਇਆ। ਪਰਸੋਂ ਤੱਕ ਦੀ ਗੱਲਬਾਤ ਸੀ, ਮੰਤਰੀ ਗਏ, ਕੈਪਟਨ ਸਾਹਿਬ, ਈਵਨ ਇੱਥੇ ਤੱਕ ਕਿ ਜਿਹੜੇ ਇਹਨਾਂ ਦੇ ਦੋਸਤ ਪ੍ਰਗਟ ਸਿੰਘ ਜੀ, ਆਪਣਾ ਵੜਿੰਗ ਸਾਹਿਬ, ਉਹ ਵੀ ਬੜਾ ਕੈਬਨਿਟ ਮੰਤਰੀ ਬਣ ਗਿਆ ਅੱਜ ਦੀ ਡੇਟ 'ਚ, ਉਹ ਵੀ, ਤੇ ਉਹ ਵੀ ਉਹਨਾਂ ਨੂੰ ਮਨਾਉਣ ਗਏ। ਬਾਅਦ ਚੋਂ ਨਿਮੰਤਰਣ ਪੱਤਰ ਭੇਜਿਆ, ਚੰਨੀ ਸਾਹਿਬ ਨੇ ਬੁਲਾਵਾ ਦਿੱਤਾ ਕਿ ਹਾਂਜੀ ਆ ਕੇ ਇੱਕ ਵਾਰੀ ਆਪਾਂ ਚਰਚਾ ਕਰੀਏ, ਬੈਠੀਏ ਵੀ ਕੀ ਤੁਹਾਡੀ ਨਾਰਾਜ਼ਗੀ ਹੈ, ਔਰ ਘੰਟਾ ਡੇਢ ਘੰਟਾ ਉਹ ਚਰਚਾ ਵੀ ਹੋਈ। ਉਸ ਚਰਚਾ ਦੇ ਦੌਰਾਨ ਆਪਾਂ ਨੂੰ ਉਹਨਾਂ ਨੇ ਦੱਸਿਆ ਕਿ ਹਾਂ ਵੀ ਇਹ ਜਿਹੜੀਆਂ ਤੁਹਾਡੀਆਂ ਮੁਸ਼ਕਲਾਂ ਨੇ, ਜੋ ਤੁਸੀਂ ਦੱਸਿਆ ਉਹਦੇ ਮੁਤਾਬਕ ਅਸੀਂ ਉਹਦੇ ਉੱਤੇ ਰਾਏ ਕਰਾਂਗੇ, ਵੀ ਜਿਸ ਤਰ੍ਹਾਂ ਤੁਸੀਂ ਦੱਸਿਆ, ਸੁਝਾਅ ਦਿੱਤੇ, ਤੁਹਾਡੇ ਸੁਝਾਅ ਬਹੁਤ ਵਧੀਆ ਨੇ ਕਿ ਆਪਾਂ ਪੰਜਾਬ ਵਾਸਤੇ ਕੀ ਲੋਕਾਂ ਨੂੰ ਕਿਹਾ, ਔਰ ਲੋਕ ਅੱਜ ਸਾਡੇ ਤੋਂ ਉਮੀਦ ਰੱਖਦੇ ਆ, ਔਰ ਉਸ ਉਮੀਦ ਦੇ ਨਾਲ ਉਹਨਾਂ ਨੇ ਇਹ ਗੱਲ ਦਾ ਉਹਨਾਂ ਨੂੰ ਇੱਕ ਇਹ ਵੀ ਦੱਸਿਆ ਵੀ ਤੁਹਾਡੀ ਜਿਹੜੀ ਤੁਸੀਂ ਸਾਨੂੰ ਰਾਏ ਦਿੱਤੀ ਹੈ ਉਹ ਰਾਏ ਤੇ ਗੌਰ ਕਰਾਂਗੇ। ਤੇ ਤਾਂ ਵੀ ਹਜੇ ਜਿਹੜਾ ਹੈਗਾ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਮੈਂ ਜਿਸ ਗੱਲ ਦੇ ਉੱਤੇ ਅੜਿਆ ਹੋਇਆ ਕਿ ਮੈਂ ਆਪਣਾ ਰੈਜ਼ਿਗਨੇਸ਼ਨ ਜਿਹੜਾ ਦਿੱਤਾ ਹੋਇਆ ਮੈਂ ਉਸੇ ਤੇ ਖੜਾ ਹਾਂ, ਮੈਂ ਕਾਂਗਰਸ ਦੇ ਵਿੱਚ ਸੇਵਾਵਾਂ ਦਿੰਦਾ ਰਵਾਂਗਾ, ਤੁਹਾਨੂੰ ਰਾਏ ਦਿੰਦਾ ਰਵਾਂਗਾ। ਅੱਛਾ, ਦੂਸਰੇ ਪਾਸੇ ਹਾਈ ਕਮਾਂਡ ਦਾ ਕੀ ਕਹਿਣਾ? ਉਹਨਾਂ ਨੇ ਵੀ ਮੇਰੇ ਖਿਆਲ ਸਿੱਧੂ ਸਾਹਿਬ ਨੂੰ ਇਹ ਕਹਿਤਾ ਕਿ ਉਹਨਾਂ ਦੇ ਜੋ ਹੁਣ ਇਹ ਅਸਤੀਫੇ ਨੂੰ ਮਨਜ਼ੂਰ ਕਰ ਲਿਆ ਜਾਊਗਾ ਜਾਂ ਉਹਨਾਂ ਦੇ ਨਖਰੇ ਨਹੀਂ ਚੱਲੇ ਜਾਣਗੇ। ਦੇਖੋ ਗੱਲ ਪਤਾ ਕੀ ਗੱਲ ਹੈ, ਉਹ ਦੇਖੋ ਇਹਨਾਂ ਦਾ ਆਪਣਾ ਰਵੱਈਆ ਹੈ, ਉਹ ਰਵੱਈਏ ਦਾ ਮੇਨ ਕਾਰਨ ਇੱਕੋ ਹੀ ਹੈ ਕਿ ਜੇ ਇੱਕ ਟਾਈਮ ਪੀਰੀਅਡ ਹੁੰਦਾ ਉਹਦੇ ਮੁਤਾਬਕ ਸਰਕਾਰ ਨੂੰ ਵੀ ਤੇ ਪਲੱਸ ਹਾਈ ਕਮਾਂਡ ਨੂੰ ਵੀ ਇਹ ਗੱਲਾਂ ਪਤਾ ਹੈਗੀਆਂ ਸੀ ਕਿ ਭਾਈ ਸਿੱਧੂ ਸਾਹਿਬ ਇੰਟੈਲੀਜੈਂਟ ਬੰਦੇ ਆ, ਔਰ ਪੰਜਾਬ ਦੇ ਲੋਕਾਂ ਵਾਸਤੇ ਕੰਮ ਕਰਦੇ ਆ, ਔਰ ਪੰਜਾਬ ਦੇ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਪਹੁੰਚਾਉਂਦੇ ਆ, ਔਰ ਉਹਨਾਂ ਦੇ ਜਿਹੜੇ ਮਸਲੇ ਉਹ ਹੱਲ ਕਰਦੇ ਆ। ਜਿਵੇਂ ਹੁਣ ਇਹਨਾਂ ਦਾ ਨਜ਼ਰੀਆ ਦੇਖ ਚੁੱਕੇ ਆ ਵੀ ਹਰ ਗੱਲ ਦੇ ਵਿੱਚ ਅੜੀ, ਜੇ ਮੇਰਾ ਬੰਦਾ ਨਹੀਂ ਲੱਗਿਆ ਤਾਂ ਅੜੀ, ਜੇ ਮੈਨੂੰ ਨੇਤਾ ਨਹੀਂ ਬਣਾਇਆ, ਮੈਨੂੰ ਪ੍ਰਧਾਨ ਨਹੀਂ ਬਣਾਇਆ ਤਾਂ ਅੜੀ, ਜੇ ਕਿਸੇ ਤਰੀਕੇ ਨਾਲ ਆਪਣੇ ਕੰਮ ਨਹੀਂ ਹੋਏ ਪੰਜਾਬ ਦੇ ਤਾਂ ਨਹੀਂ, ਇਹ ਅੜੀਆਂ ਵਾਲਾ ਕੰਮ ਨਹੀਂ। ਹੁਣ ਕੁੱਲ ਮਿਲਾ ਕੇ ਇਹ ਆ ਵੀ ਸਿੱਧੂ ਸਾਹਿਬ ਨੂੰ ਚਾਹੀਦਾ ਜੀ, ਉਹ ਹਾਈ ਕਮਾਂਡ ਵੀ ਜਿਹੜਾ ਹੈਗਾ ਉਹਨਾਂ ਨੂੰ ਵੀ ਇਹਨਾਂ ਦਾ ਸੁਭਾਅ ਹੈ ਹੌਲੀ ਪਤਾ ਲੱਗਣਾ ਸ਼ੁਰੂ ਹੋ ਗਿਆ। ਉਹ ਇਸ ਗੱਲ ਦੇ ਉੱਤੇ ਥੋੜਾ ਮੇਰੇ ਹਿਸਾਬ ਨਾਲ ਜੋ ਮੈਨੂੰ ਜਾਪਦਾ, ਜੋ ਸਾਡੇ ਸਰੋਤਿਆਂ ਨੂੰ ਪਤਾ ਲੱਗ ਰਿਹਾ ਜਾਂ ਪਬਲਿਕਲੀ ਜੋ ਗੱਲਾਂ ਆ ਰਹੀਆਂ ਸੂਤਰਾਂ ਦੇ ਮੁਤਾਬਕ, ਉਹਦੇ ਵਿੱਚ ਕੁਝ ਇਦਾਂ ਦੀ ਗੱਲਾਂ ਜਾਪ ਰਹੀਆਂ ਵੀ ਹਾਈ ਕਮਾਂਡ ਵੀ ਇਹਨਾਂ ਦੀਆਂ ਗੱਲਾਂ ਨੂੰ ਸਮਝ ਚੁੱਕੇ ਆ ਜਾਂ ਸਮਝ ਰਹੇ ਆ। ਉਹ ਇਸ ਕਰਕੇ ਉਹ ਥੋੜਾ ਜਿਹਾ ਇੱਕ ਸਾਈਡ ਤੇ ਬੈਠੇ ਆ, ਗੱਲ ਕਰ ਰਹੇ ਆ ਕਿ ਭਾਈ ਇਹਨਾਂ ਨੂੰ ਥੋੜਾ ਆਪਣੇ ਆਪ ਸਮਝਣਾ ਚਾਹੀਦਾ ਵੀ ਲੋਕਲ ਲੈਵਲ ਤੇ ਲੋਕਲ ਜਿਹੜੀ ਇਹਨਾਂ ਨੇ ਕਮੇਟੀ ਬਣਾਈ ਹੈ, ਉਹ ਕਮੇਟੀ ਜਾਂ ਆਪਾਂ ਜਿਹੜੀ ਪੰਜਾਬ ਦੀ ਸਰਕਾਰ ਹੈਗੀ ਹੈ, ਇਹ ਆਪਣੇ ਲੈਵਲ ਤੇ ਇਹਨੂੰ ਸੁਧਾਰਨ। ਕੁੱਲ ਮਿਲਾ ਕੇ ਇਹਨਾਂ ਨੂੰ ਚੰਨੀ ਸਾਹਿਬ ਨਾਲ ਰਲ ਕੇ ਕੰਮ ਕਰਨਾ ਚਾਹੀਦਾ। ਅੱਛਾ, ਦੂਸਰੇ ਪਾਸੇ ਕੈਪਟਨ ਸਾਹਿਬ ਦੀ ਗੱਲ ਕਰ ਲੈਂਦੇ ਆ। ਉਹ ਕਹਿ ਰਿਹਾ ਕਿ ਕਾਂਗਰਸ ਵਿੱਚ ਮੈਂ ਰਹਾਂਗਾ ਨਹੀਂ ਤੇ ਬੀਜੇਪੀ ਵਿੱਚ ਜਾਊਂਗਾ ਨਹੀਂ। ਹਾਂਜੀ, ਕੀ ਸੋਚਦੇ ਹੋ ਸਰ? ਦੇਖੋ ਗੱਲ ਇਹ ਹੈ, ਕੈਪਟਨ ਸਾਹਿਬ ਬਹੁਤ ਤਜਰਬੇਦਾਰ ਬੰਦੇ ਆ, ਉਹਨਾਂ ਦਾ ਤਜਰਬਾ
ਸਾਰੇ ਲੋਕ ਜਾਣਦੇ ਆ ਭਲੀ ਭਾਂਤੀ। ਹਾਂਜੀ 40-50 ਸਾਲ ਦਾ ਇੱਕ ਪੋਲੀਟੀਸ਼ੀਅਨ, ਹਾਂਜੀ ਇੱਕ ਫੌਜੀ, ਹਾਂਜੀ ਜਿਹੜਾ ਆਪਣਾ ਅਸੂਲਾਂ ਦੇ ਉੱਤੇ ਖੜਾ ਹੈ, ਹਾਂਜੀ ਔਰ ਉਹਦੇ ਨਾਲ ਅਗਰ 1 ਮਿੰਟ ਦੇ ਵਿੱਚ ਉਹਦੀ ਗੱਦੀ ਹੱਥੋਂ ਖੋਲੀ ਜਾਵੇ, ਹਾਂਜੀ ਜਾਂ ਕਹਿ ਸਕਦੇ ਆ ਆਪਾਂ ਕਿ ਉਹਦੇ ਨਾਲ ਧੱਕਾ ਹੋ ਜਾਵੇ, ਹਾਂਜੀ ਕਿ ਉਹ CLP ਦਾ ਨੇਤਾ ਹੋਣ ਦੇ ਬਾਵਜੂਦ ਹਾਂਜੀ। ਤੇ ਉਹਨੂੰ ਤਾਂ ਵੀ ਬੁਲਾਇਆ ਨਾ ਗਿਆ ਹੋਵੇ, ਹਾਂਜੀ ਬਟ ਉਹਨਾਂ ਨੇ ਫਿਰ ਵੀ ਬੜੀ ਪਾਰਟੀ ਦੀ ਸ਼ਾਨ ਨੂੰ ਦੇਖਦੇ ਹੋਏ ਇੱਕ ਚੀਜ਼ ਬੜੀ ਖੁਸ਼ੀ ਨਾਲ ਜੀ ਆਪਣੀ ਗੱਦੀ ਤੋਂ ਰਿਜ਼ਾਈਨ ਦੇ ਦਿੱਤਾ। ਜੀ ਔਰ ਉਹ ਚੀਜ਼ ਉਹਨਾਂ ਨੂੰ ਇੰਨੀ ਹਰਟ ਕਰ ਗਈ ਜੀ। ਕਿ ਸ਼ਾਇਦ ਉਹ ਰਿਜ਼ਾਈਨ ਉਹਨਾਂ ਨੇ ਆਪਣੇ ਕਈ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਜੀ ਕਿ ਮੈਨੂੰ ਹਾਈ ਕਮਾਂਡ ਸਿਰਫ ਇੱਕ ਵਾਰੀ ਕਹਿ ਦਿੰਦੇ, ਜੀ। ਈਵਨ ਇੱਥੇ ਤੱਕ ਕਿ ਜਦੋਂ ਮੈਂ 2 ਵਾਰੀ ਦਿੱਲੀ ਗਿਆ ਵੀ, ਜੀ। ਮੈਂ ਬੜੀ ਖੁਸ਼ੀ ਉਹਨਾਂ ਨੂੰ ਇਹ ਗੱਲ ਕਹੀ ਕਿ ਮੈਨੂੰ ਰਿਜ਼ਾਈਨ ਦੇਣ 'ਚ ਕੋਈ ਦਿੱਕਤ ਨਹੀਂ ਹੈਗੀ, ਮੈਂ ਜੀ। ਰਿਜ਼ਾਈਨ ਦੇਣ ਨੂੰ ਤਿਆਰ ਹਾਂ। ਜੀ ਤੇ ਉਹਨਾਂ ਨੇ ਕਿਹਾ ਨਹੀਂ, ਹਾਂਜੀ ਤੁਸੀਂ ਰੈਗੂਲਰ ਕੰਮ ਕਰੋ, ਤੁਸੀਂ ਇਹ ਜਿਹੜੀ ਸੀਟ ਹੈ ਤੁਹਾਡੇ ਕਾਬਲ ਹੈ, ਤੁਸੀਂ ਇਹਨੂੰ ਕੰਮ ਆਪਾਂ ਪੰਜਾਬ ਵਾਸਤੇ ਕਰ ਰਹੇ ਹੋ, ਵਧੀਆ ਕਰ ਰਹੇ ਹੋ, ਤੁਸੀਂ ਉੱਦਾਂ ਕਰੋ। ਜੀ ਲੇਕਿਨ ਇੱਕੋ ਮਿੰਟ ਦੇ ਵਿੱਚ, ਇੱਕੋ ਟਾਈਮ ਦੇ ਦੌਰਾਨ ਉਹਨਾਂ ਨੇ ਜੋ ਫੈਸਲਾ ਲਿਆ, ਮਤਲਬ ਇਹਨਾਂ ਨੂੰ ਅਚਾਨਕ ਪਤਾ ਲੱਗਦਾ ਅਚਾਨਕ ਪਤਾ ਲੱਗਦਾ ਕਿ ਸਵੇਰੇ 8 ਵਜੇ ਐਦਾਂ, ਰਾਤ ਨੂੰ ਟਵਿੱਟਰ ਹੋਇਆ ਸਵੇਰੇ 8 ਵਜੇ ਐਦਾਂ ਕਿ ਕੈਪਟਨ ਸਾਹਿਬ ਰਿਜ਼ਾਈਨ ਦੇ ਰਹੇ। ਨਹੀਂ, ਉਹ ਉਹਨਾਂ ਨੇ CLP ਦੀ ਮੀਟਿੰਗ ਰੱਖਤੀ ਹੈ ਜੀ। ਉਸ ਮੀਟਿੰਗ ਦੇ ਦੌਰਾਨ ਮਤਲਬ ਜੋ ਡਿਸੀਜਨ ਲਏ ਗਏ, ਜੀ। ਉਹ ਸਾਰੇ ਦੇ ਸਾਰੇ ਇਹਨਾਂ ਨੂੰ ਪਤਾ ਲੱਗੇ। ਜੀ। ਸੋ ਦੈਟ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਇਹਨਾਂ ਦਾ ਐਕਸਪੀਰੀਅੰਸ ਹੈ ਕੈਪਟਨ ਸਾਹਿਬ ਦਾ, ਹਾਂਜੀ ਉਹ ਲੋਕਾਂ ਦੇ ਸਾਹਮਣੇ ਤੁਹਾਨੂੰ ਥੋੜੇ ਦਿਨਾਂ 'ਚ ਹੀ ਮਿਲੂਗਾ, ਕਿਉਂਕਿ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਕਾਂਗਰਸ ਦੇ ਵਿੱਚ ਉਹ ਰਹਿਣਗੇ ਨਹੀਂ ਔਰ BJP ਦੇ ਵਿੱਚ ਉਹ ਜਾਣਗੇ ਨਹੀਂ। ਇਹਦਾ ਮਤਲਬ ਇਹ ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਸ ਗੱਲ ਤੋਂ, ਜੀ। ਕੋਈ ਨਾ ਕੋਈ ਪਾਰਟੀ ਜਾਂ ਤਾਂ ਨਵੀਂ ਬਣਾਉਣਗੇ ਜਾਂ ਕੋਈ ਨਾ ਕੋਈ ਕਿਸੇ ਪਾਰਟੀ ਜਾਣਗੇ। ਦੇਖੋ ਜਿਸ ਤਰ੍ਹਾਂ ਦਾ ਉਹਨਾਂ ਦਾ ਰੁਤਬਾ ਹੈ, ਜਿੱਦਾਂ ਉਹਨਾਂ ਦਾ ਇੱਕ ਕੱਦ ਹੈ, ਉਹਦੇ ਕੱਦ ਕਾਠ ਨੂੰ ਦੇਖਦੇ ਹੋਏ ਕਿਸੇ ਪਾਰਟੀ ਤਾਂ ਜਾਣ ਵਾਲੇ ਹੈ ਨਹੀਂ। ਹਾਂਜੀ ਕੈਪਟਨ ਸਾਹਿਬ ਆਪ ਦੀ ਪਾਰਟੀ ਬਹੁਤ ਜਲਦੀ ਬਣਾਉਣ ਵਾਲੇ ਨੇ। ਉਹਨਾਂ ਨੇ ਈਵਨ ਇੱਥੇ ਤੱਕ ਕਿ ਇਸ਼ਾਰੇ ਵੀ ਦੇ ਦਿੱਤੇ ਆ, ਸੂਤਰਾਂ ਦੇ ਮੁਤਾਬਕ ਖਬਰ ਵੀ ਆਈ ਹੈ ਕਿ ਉਹ ਆਪਣੀ ਇਸ ਪਲੈਨਿੰਗ 'ਚ ਸ਼ੁਰੂ ਹੋ ਚੁੱਕੇ ਨੇ। ਕੁਝ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਦੇ 15 ਤੋਂ 20 ਵਿਧਾਇਕ ਉਹਨਾਂ ਦੇ ਨਾਲ ਬਹੁਤ ਨੇੜਤਾ ਰੱਖਦੇ ਆ, ਕਿ ਜਿਨ੍ਹਾਂ ਨੂੰ ਨਾਲ ਮਿਲ ਕੇ ਔਰ ਐਕਸਪੀਰੀਅੰਸ ਜਿਹੜੇ ਨੇਤਾ ਹੈ, ਉਹਨਾਂ ਸਾਰੇ ਐਕਸਪੀਰੀਅੰਸ ਨੇਤਾ ਨੂੰ ਨਾਲ ਦੇਖਦੇ ਹੋਏ, ਨਾਲ ਲੈ ਕੇ, ਉਹਨਾਂ ਦੀ ਸਲਾਹ ਮਸ਼ਵਰੇ ਨਾਲ ਚੱਲਦੇ ਹੋਏ, ਮੈਨੂੰ ਲੱਗਦਾ ਹੈ ਕਿ ਥੋੜੇ ਦਿਨਾਂ ਦੇ ਵਿੱਚ ਇਹ ਤੁਹਾਨੂੰ ਦੇਖਣ ਨੂੰ ਮਿਲੂਗਾ ਕਿ ਕੈਪਟਨ ਸਾਹਿਬ ਜਿਹੜੇ ਹੈਗੇ ਆ ਉਹ ਇੱਕ ਆਪਣੀ ਪਾਰਟੀ ਵਧੀਆ ਮਜ਼ਬੂਤ ਪਾਰਟੀ ਬਣਾ ਸਕਦੇ। ਕਿਉਂਕਿ ਉਹਨਾਂ ਦਾ ਕਹਿਣਾ ਇਹ ਹੈ, ਉਹਨਾਂ ਨੇ ਬਾਰ-ਬਾਰ ਇਸ ਗੱਲ ਦੇ ਵਿੱਚ ਕਿਹਾ ਕਿ ਸਿੱਧੂ ਸਾਹਿਬ ਜਿੱਥੋਂ ਖੜਨਗੇ ਮੈਂ ਉਹਨਾਂ ਦੇ ਖਿਲਾਫ ਲੜੂੰਗਾ, ਮੈਂ ਉਹਨਾਂ ਨੂੰ ਜਿੱਤਣ ਨਹੀਂ ਦਊਂਗਾ। ਉਹ ਜਿਵੇਂ ਸਿੱਧੂ ਸਾਹਿਬ ਦੀ ਆਪ ਦੀ ਜਿੱਦ ਸੀ, ਹੁਣ ਉਹ ਵੀ ਜਿੱਦ 'ਚ ਆ ਗਏ ਇਸ ਗੱਲ ਦੇ ਉੱਤੇ। ਜਿਹਨੀ ਕਹਿ ਸਕਦੇ ਹਾਂ ਕਿ ਇਹ ਗੱਦੀ ਦੀ ਜਿਹੜੀ ਲੜਾਈ ਹੈ, ਇਹ ਬੜੀ ਖਤਰਨਾਕ ਲੜਾਈ ਹੈ। ਮੈਂ ਜਿਹੜੀ ਕਿ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਹਾਂ ਜੀ ਕਿ ਸਰਕਾਰ ਦੇ ਵਿੱਚ ਸਾਰੇ ਜਿੰਨੇ ਵੀ ਅੱਜ ਦੀ ਡੇਟ 'ਚ, ਚਾਹੇ ਓਪੋਜੀਸ਼ਨ 'ਚ ਲੀਡਰ ਹੈ ਜੀ ਤੇ ਚਾਹੇ ਉਹ ਇਸ ਟਾਈਮ ਸਰਕਾਰ ਦੇ ਵਿੱਚ ਹੈ, ਜੀ ਔਰ ਮੈਂ ਉਹਨਾਂ ਨੂੰ ਭਲੀ ਭਾਂਤੀ ਇੱਕ ਮੈਸੇਜ ਵੀ ਦੇਣਾ ਚਾਹੁੰਦਾ ਹਾਂ ਜੀ ਕਿ ਤੁਸੀਂ ਆਪਦੀ ਗੱਦੀ ਤੋਂ ਉੱਠ ਕੇ, ਆਪਦੀ ਸੀਟ ਤੋਂ ਉੱਠ ਕੇ, ਆਪਣੇ ਆਪ ਦੇ ਇੱਕ ਜੋ ਤੁਹਾਨੂੰ ਲੀਡਰੀ ਮਿਲੀ ਹੈ, ਜੀ। ਸਿਆਸਤ ਨੂੰ, ਪੋਲੀਟੀਸ਼ੀਅਨ ਦੇ ਤਰੀਕੇ ਨਾਲ ਉਹ ਲੋਕਾਂ ਦੇ ਭਲੇ ਵਾਸਤੇ ਤੁਹਾਨੂੰ ਸੀਟਾਂ ਦਿੱਤੀਆਂ ਮਿਲੀਆਂ, ਗੱਦੀਆਂ ਮਿਲੀਆਂ। ਇਹਦੇ ਵਿੱਚ ਤੁਹਾਨੂੰ ਆਪਣੇ ਆਪ ਨੂੰ ਇੱਕ ਅਲੱਗ ਚੀਜ਼ ਰੱਖ ਕੇ ਇਹ ਆਪਾਂ ਲੋਕਾਂ ਦੇ ਕੰਮ ਵਾਸਤੇ ਆਪਾਂ ਨੂੰ ਬਿਠਾਇਆ ਜਾਂਦਾ ਹੈ। ਮੁੱਕਦਾ ਕਹਿਣ ਦਾ ਭਾਵ ਕਿ ਇਹਨਾਂ ਨੂੰ ਆਪਣੀ ਆਪਸੀ ਰੰਜਿਸ਼ ਛੱਡਣੀ ਚਾਹੀਦੀ ਹੈ, ਰੰਜਿਸ਼ ਛੱਡਣੀ ਚਾਹੀਦੀ ਹੈ, ਨਾ ਕਿ ਆਪਣੀ ਗੱਦੀ ਵੱਲ ਆਪਣਾ ਬਹੁਤ ਜ਼ਿਆਦਾ ਧਿਆਨ। ਦੇਖੋ ਤੁਹਾਨੂੰ ਗੱਦੀ ਨਵਾਜ਼ਦਾ ਕੌਣ ਹੈ? ਹਾਂਜੀ ਇਹੀ ਲੋਕ, ਇਹੀ ਵੋਟਰ, ਤੁਹਾਡੇ ਇਹੀ ਵਿਊਅਰਸ ਜਿਹੜੇ ਹੈਗੇ ਆ, ਜਿਹੜੇ ਤੁਹਾਨੂੰ ਇੱਥੇ ਨਵਾਜ਼ਦੇ ਆ। ਉਹ ਜਦੋਂ ਤੁਹਾਨੂੰ ਗੱਦੀ ਮਿਲ ਜਾਂਦੀ ਹੈ, ਤੁਸੀਂ ਗੱਦੀ ਦੇ ਨਾਲ ਐਦਾਂ ਚਿਪਕ ਕੇ ਬੈਠ ਜਾਂਦੇ ਹੋ ਕਿ ਸਾਨੂੰ ਗੱਦੀ ਸਾਡੀ ਗਈ ਹੱਥੋਂ। ਤੇ ਇਹਦਾ ਮਤਲਬ ਹੈ ਲੋਕਾਂ ਦਾ ਕਿੱਡਾ ਦੁੱਖ ਆ। ਤੁਸੀਂ ਆਪਦੀ ਗੱਦੀ ਵਾਸਤੇ ਜੋ ਮਰਜ਼ੀ ਕਰ ਸਕਦੇ ਹੋ, ਤੇ ਲੋਕਾਂ ਦੇ ਵਾਸਤੇ ਜੋ ਤੁਹਾਨੂੰ ਚੁਣ ਕੇ ਲੈ ਕੇ ਆਉਂਦੇ ਆ, ਜਿਹੜੇ ਤੁਹਾਨੂੰ ਬਿਠਾਉਂਦੇ ਗੱਦੀਆਂ ਤੇ, ਉਹਨਾਂ ਵਾਸਤੇ ਤੁਸੀਂ 1 ਮਿੰਟ ਦੇ ਵਿੱਚ ਸਾਰਾ ਜੋ ਵੀ ਸਫਾਇਆ ਕਰ ਦਿੰਦੇ ਹੋ। ਸੋ ਦੈਟ ਕਹਿਣ ਦਾ ਮਤਲਬ ਇਹ ਹੈ ਕਿ ਇਹ ਬੜੀ ਸੂਝ-ਬੂਝ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦਾ ਕੰਮ ਜਿਹੜਾ ਹੈਗਾ ਨਹੀਂ ਇਹਨਾਂ ਨੂੰ ਕਰਨਾ ਚਾਹੀਦਾ। ਪਬਲਿਕਲੀ ਲੋਕਾਂ ਨਾਲ ਇਹ ਜਸਟ ਪੂਰਾ 100% ਧੋਖਾ ਹੈ। ਕਹਿਣ ਦੀ ਭਾਵ ਕਿ ਗੱਦੀ ਤੋਂ ਪਹਿਲਾਂ ਕੁਝ ਹੋਰ ਹੁੰਦੇ ਆ ਤੇ ਗੱਦੀ ਤੋਂ ਬਾਅਦ ਕੁਝ ਹੋਰ ਹੁੰਦੇ ਆ, ਕਿਹਾ ਜਾ ਸਕਦਾ। ਹਾਂਜੀ ਹਾਂਜੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਰਸੋਂ ਪੰਜਾਬ ਦੇ ਦੌਰੇ ਤੇ ਆ ਗਏ ਨੇ। ਆਪਣੇ ਪਹਿਲੇ ਐਲਾਨ ਤੋਂ ਬਾਅਦ ਬਹੁਤ ਦੂਸਰਾ ਵੱਡਾ ਐਲਾਨ ਕਰ ਗਏ ਨੇ। ਕੀ ਐਲਾਨ ਹੈ ਤੇ ਕਿਹੜਾ ਵੱਡਾ ਐਲਾਨ ਹੈ ਸਰ? ਦੇਖੋ ਗੱਲ ਇਹ ਹੈ, ਮੇਨ ਗੱਲ ਜਿਹੜੀ ਹੈ ਕਸ਼ਮੀਰ ਸਿੰਘ ਜੀ, ਹਾਂਜੀ, ਇੱਕ ਇਹ ਕਹਿਣਾ ਬੜਾ ਜ਼ਰੂਰੀ ਹੈ, ਆਪਣੇ ਦਰਸ਼ਕਾਂ ਨੂੰ ਵੀ ਦੱਸਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਹਾਂਜੀ ਕਿ ਦੇਖੋ, ਐਲਾਨ ਕਰਨਾ ਤੇ ਐਲਾਨ ਇੰਪਲੀਮੈਂਟੇਸ਼ਨ ਕਰਵਾਉਣਾ। ਪਹਿਲੀ ਗੱਲ, ਐਲਾਨ ਕਰਤੇ, ਹਾਂਜੀ, ਅਜੇ ਤਾਂ ਇੱਕ ਗੱਲ ਇਹ ਕਿਹਾ ਜਾ ਸਕਦਾ ਹੈ ਕਿ ਜਦੋਂ ਉਹਨਾਂ ਦੀ ਸਰਕਾਰ ਆਊਗੀ, ਜੀ, ਇਹ ਉਦੋਂ ਐਲਾਨ ਦੇਖਾਂਗੇ। ਐਲਾਨ ਤਾਂ
ਕਾਂਗਰਸ ਸਰਕਾਰ ਨੇ ਵੀ ਆਪਣੇ ਮੋਨੋਟੇਸ਼ਨ ਅਤੇ ਕਿਹਾ ਸੀਗਾ। ਹਾਂ 2022 ਦੇ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਆਉਣ ਤੋਂ ਬਾਅਦ ਸਰਕਾਰ ਨੇ 2017 ਦੇ ਵਿੱਚ ਜਿਹੜਾ ਆਪਣਾ ਮੈਨੀਫੈਸਟੋ ਲਿਖਿਆ ਸੀ, ਉਸ ਮੈਨੀਫੈਸਟੋ ਦੇ ਵਿੱਚ ਬੜੇ ਵਾਅਦੇ ਲਿਖੇ ਸੀ ਕਿ ਅਸੀਂ ਏਦਾਂ ਕਰਾਂਗੇ, 5 ਰੁਪਏ ਬਿਜਲੀ ਕਰਾਂਗੇ, ਆ ਗੁਟਕਾ ਸਾਹਿਬ ਦੀ ਕਸਮਾਂ ਵੀ ਖਾਧੀਆਂ ਸੀ। ਇਹ ਜਿਹੜੀਆਂ ਚੀਜ਼ਾਂ ਹੈਗੀਆਂ ਜਦੋਂ ਪ੍ਰੈਕਟੀਕਲੀ ਸਰਕਾਰ 'ਚ ਬੰਦਾ ਆਉਂਦਾ ਹੈ ਉਸ ਤੋਂ ਬਾਅਦ ਦੇਖਦਾ ਕਿ ਉਹ ਬੰਦਾ ਕੀ ਹਾਂ ਜਿਹੜੇ ਐਲਾਨ ਕੀਤੇ ਆ ਉਹ ਜਿਸ ਤਰ੍ਹਾਂ ਇੱਕ ਗੱਲ ਉਹਨਾਂ ਨੇ ਬੜੀ ਵਧੀਆ ਕਹੀ ਹੈ ਕਿ ਭਾਈ ਜਿਹੜਾ ਇੱਥੇ ਲੋਕ ਨੇ ਔਰ ਜਿਵੇਂ ਕਿ ਪਹਿਲਾਂ ਉਹਨਾਂ ਨੇ ਐਲਾਨ ਕੀਤਾ ਸੀ ਪਾਵਰ ਦੇ ਉੱਤੇ, ਬਿਜਲੀ ਦੇ ਉੱਤੇ, ਲੋਕਾਂ ਨੂੰ ਬਿਜਲੀ ਮਿਲਣੀ ਚਾਹੀਦੀ ਔਰ ਸਸਤੀ ਬਿਜਲੀ ਮਿਲਣੀ ਚਾਹੀਦੀ ਹੈ ਔਰ 300 ਯੂਨਿਟ ਫ੍ਰੀ ਦੀ ਗੱਲ ਵੀ ਐਲਾਨੀ ਗਈ ਹੈ। ਉਹ ਨਾਲ ਹੁਣ ਜਿਹੜਾ ਦੂਸਰਾ ਐਲਾਨ ਹੈ ਜਿਹੜਾ ਬਹੁਤ ਵੱਡਾ ਐਲਾਨ ਕੀਤਾ ਉਹਨਾਂ ਨੇ ਸਿਹਤ ਦੇ ਉੱਤੇ ਕਿਹਾ ਭਾਈ ਜਿਹੜਾ ਸਿਹਤ ਦਾ ਜਿਹੜਾ ਦੂਜਾ ਹੈ ਇੱਥੇ ਹੈਲਥ ਦੇ ਉੱਤੇ ਕੰਮ ਕੀਤਾ ਜਾਊਗਾ ਕਿ ਜਿਹੜਾ ਪੰਜਾਬ ਹੈਗਾ ਬਹੁਤ ਵੱਡਾ ਸੂਬਾ, ਇਸ ਸੂਬੇ ਨੂੰ ਦੇਖਦੇ ਹੋਏ ਉਹਨਾਂ ਨੇ ਕਿਹਾ ਵੀ ਇੱਥੇ ਦੇ ਜਿਹੜੇ ਨਾਗਰਿਕ ਆ, ਜਿਹੜੇ ਇੱਥੇ ਦੇ ਲੋਕ ਆ, ਉਹਨਾਂ ਨੂੰ ਇੱਥੇ ਹੈਲਥ ਦੀ ਫੈਸਿਲਿਟੀ ਮਿਲਣੀ ਚਾਹੀਦੀ ਆ ਔਰ ਜਿਹੜੀ ਉਹਦੀਆਂ ਸਾਰੀਆਂ ਸੇਵਾਵਾਂ ਫ੍ਰੀ ਹੋਣੀਆਂ ਚਾਹੀਦੀਆਂ। ਈਵਨ ਜਿਹੜੇ ਇੱਥੇ ਹਸਪੀਟਲ ਹੈ ਉਹ ਅਪਗ੍ਰੇਡ ਹੋਣੇ ਚਾਹੀਦੇ ਆ, ਮਹੱਲਾ ਕਲੀਨਿਕ ਖੁੱਲਣੇ ਚਾਹੀਦੇ ਆ। ਤਕਰੀਬਨ ਉਹਨਾਂ ਨੇ ਐਲਾਨ ਕੀਤਾ ਕਿ 16,000 ਅਸੀਂ ਮਹੱਲਾ ਕਲੀਨਿਕ ਬਣਾਵਾਂਗੇ ਦਿੱਲੀ ਦੀ ਤਰਜ਼ ਦੇ ਉੱਤੇ ਔਰ ਇੱਥੇ ਜਿਹੜੇ ਇੱਕ ਕਾਰਡ ਬਣਾਇਆ ਜਾਏਗਾ, ਹੈਲਥ ਕਾਰਡ, ਉਹ ਵੀ ਬਣਾਇਆ ਜਾਏਗਾ ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਜਿਹੜੇ ਸਰਕਾਰੀ ਹਸਪੀਟਲ ਹੈਗੇ ਆ ਉਹਨਾਂ ਨੂੰ ਬਹੁਤ ਵਧੀਆ ਅਪਗ੍ਰੇਡੇਸ਼ਨ ਕੀਤੀ। ਦੇਖੋ ਮੈਂ ਇੱਕ ਗੱਲ ਲੋਕਾਂ ਨੂੰ, ਪਬਲਿਕ ਨੂੰ ਇਹ ਦੱਸ ਦੇਣਾ ਚਾਹੁੰਦਾ ਵਾਂ, ਕਹਿਣੀ ਤੇ ਕਥਨੀ ਇਹ ਹਮੇਸ਼ਾ ਵਰਡ ਯਾਦ ਰੱਖਣਾ। ਉਹਦਾ ਕਾਰਨ ਇਹ ਹੈ ਅੱਜ ਉਹ ਐਲਾਨ ਕਰ ਰਹੇ ਆ, ਜਿੰਨੀ ਦੇਰ ਤੱਕ ਐਲਾਨ ਕਰਨ ਤੋਂ ਬਾਅਦ ਸਰਕਾਰ ਉਹਨਾਂ ਦੀ ਬਣ ਵੀ ਜਾਂਦੀ, ਜਿੰਨੀ ਦੇਰ ਤੱਕ ਇੰਪਲੀਮੇਸ਼ਨ ਨਹੀਂ ਉਨੀ ਦੇਰ ਤੱਕ ਹਜੇ ਕੋਈ ਪੂਰੀ ਤਰ੍ਹਾਂ ਗਰੰਟੀ ਨਾ ਸਮਝਣਾ। ਗਰੰਟੀ ਉਹ ਮੂੰਹੋਂ ਕਹਿ ਰਹੇ ਆ ਕਿ ਮੇਰੀ ਦੂਜੀ ਗਰੰਟੀ ਹੈ। ਇਸ ਗਰੰਟੀ ਨੂੰ ਆਪਾਂ ਗੱਲ ਕਹਿ ਸਕਦੇ ਹਾਂ ਕਿ ਦੇਖੋ ਉਹ ਕਹਿੰਦੇ ਆ ਦਿੱਲੀ ਦੇ ਆਧਾਰ ਦੇ ਉੱਤੇ ਅਸੀਂ ਦਿੱਲੀ 'ਚ ਕੰਮ ਕੀਤਾ, ਜੇ ਸਾਡਾ ਕੰਮ ਉੱਥੇ ਵਧੀਆ ਹੋਇਆ ਹੈ ਤੁਸੀਂ ਉਹ ਕੰਮ ਜਾ ਕੇ ਦੇਖੋ, ਪੁੱਛੋ ਤੇ ਸਾਨੂੰ ਤਾਂ ਵੋਟ ਪਾਇਓ। ਇਸ ਗੱਲ ਦੇ ਉੱਤੇ ਆਪਾਂ ਗੱਲ ਕਹਿ ਦਈਏ ਕਿ ਇਸੇ ਸਰਕਾਰ ਦੇ ਅਗੇਂਸਟ ਜੋ ਵਿਰੋਧੀ ਪਾਰਟੀਆਂ ਨੇ, ਜਿਵੇਂ ਕਿ ਸੁਖਬੀਰ ਬਾਦਲ ਜੀ ਦਾ ਬਿਆਨ ਆਇਆ, ਉਹ ਈਵਨ ਆਪਣੇ ਹੱਥ ਦੇ ਵਿੱਚ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ, ਚਰਚਾ ਉਹਨਾਂ ਨੇ ਕੀਤੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਦਿੱਲੀ ਸਰਕਾਰ ਦੇ ਵਿੱਚ ਜਿਹੜੇ ਚੀਫ ਮਿਨਿਸਟਰ ਕੇਜਰੀਵਾਲ ਜੀ ਨੇ ਇੱਥੇ ਦੂਜੀ ਗਰੰਟੀ ਦਾ ਐਲਾਨ ਕੀਤਾ ਹੈ, ਉਹ ਐਲਾਨ ਨੂੰ ਪੂਰਾ ਸੱਚ ਨਾ ਮੰਨਿਓ। ਉਹ ਜਿਹੜਾ ਐਲਾਨ ਉਹਨਾਂ ਨੇ ਕੀਤਾ ਹੈ ਉੱਥੇ ਦੀ ਆਰਟੀਆਈ ਕਢਾ ਕੇ ਤੁਹਾਡੇ ਸਾਹਮਣੇ ਮੈਂ ਲੈ ਕੇ ਆਇਆ ਵਾਂ। ਉਹ ਆਰਟੀਆਈ ਦੇ ਵਿੱਚ ਉਹਨਾਂ ਨੇ ਕਲੀਅਰ ਕਿਹਾ ਕਿ ਜਿਹੜੇ ਦਿੱਲੀ ਸਰਕਾਰ ਕਹਿੰਦੀ ਹੈ ਵੀ ਅਸੀਂ ਉੱਥੇ 10 ਤੋਂ 15,000 ਅਸੀਂ ਉੱਥੇ ਮੁਹੱਲਾ ਕਲੀਨਿਕ ਬਣਾਏ ਆ, ਟੋਟਲ 440 ਕਲੀਨਿਕ ਬਣਾਏ ਆ ਪੂਰੀ ਦਿੱਲੀ 'ਚ ਜੋ ਉਹਨਾਂ ਨੇ ਕਿਹਾ। ਇਹ ਸਾਡੇ ਵਿਚਾਰ ਨਹੀਂ ਹੈਗੇ, ਇਹ ਸੁਖਬੀਰ ਬਾਦਲ ਜੀ ਨੇ ਆਪਣੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਜਿਹੜੀ ਆਰਟੀਆਈ ਹੈ, ਆਰਟੀਆਈ ਬੋਲਦੀ ਕਹਿੰਦੇ 15 ਤੋਂ ਲੈ ਕੇ 2015 ਤੋਂ ਲੈ ਕੇ 2020 ਤੱਕ 5 ਸਾਲਾਂ 'ਚ ਉਹਨਾਂ ਨੇ ਇਹ ਕੰਮ ਜਿਹੜਾ ਉੱਥੇ ਹੈ ਜਿੱਥੇ ਉਹ ਕਹਿੰਦੇ ਅਸੀਂ 10 ਤੋਂ 15,000 ਮਹੱਲਾ ਕਲੀਨਿਕ ਬਣਾਏ ਤੇ ਲੇਕਿਨ ਉਹ 10,000 15,000 ਮਹੱਲਾ ਕਲੀਨਿਕ ਸਿਰਫ 440 ਮਹੱਲਾ ਕਲੀਨਿਕ ਬਣੇ ਆ ਔਰ ਨਾਲ ਦੀ ਨਾਲ ਉਹ ਆਪਣੇ ਪੋਸਟਰ, ਆਪਣੀਆਂ ਫੋਟੋਆਂ ਪਬਲਿਕਲੀ ਲੋਕਾਂ ਨੂੰ ਉਹਨਾਂ ਨੇ ਦਿਖਾਏ ਆ ਕਿ ਆਹ ਮਹੱਲੇ ਦੇਖੋ, ਜਿਹੜੇ ਮਹੱਲੇ ਕਲੀਨਿਕ 'ਚ ਆਹ ਮੱਝਾਂ ਗਾਵਾਂ ਬੈਠੀਆਂ, ਆਹ ਫਲਾਣੀਆਂ ਜਗ੍ਹਾ ਤੇ ਦੇਖੋ ਕਿੱਦਾਂ ਗੰਦ ਪਿਆ ਦਿੱਲੀ ਏਰੀਆ ਦੀ ਗੱਲ ਉਹਨਾਂ ਨੇ ਲੋਕਾਂ ਨੂੰ ਉਜਾਗਰ ਕੀਤਾ। ਹੁਣ ਆਪਾਂ ਇਹਨੂੰ ਕਿਹਾ ਜਾ ਸਕਦਾ ਕਿ ਲੋਕਾਂ ਨੂੰ ਭੜਕਾਇਆ ਕਿ ਉਜਾਗਰ ਕੀਤਾ, ਇਹ ਤਾਂ ਹੁਣ ਕਾਗਜ਼ੀ ਕਾਰਵਾਈ ਦੇਖ ਕੇ, ਅਥੈਂਟਿਕਲੀ ਦੇਖ ਕੇ, ਆਰਟੀਆਈ ਪਾ ਕੇ ਉਹਦਾ ਜਵਾਬ ਲੈ ਕੇ ਹੀ ਪਤਾ ਲੱਗ ਸਕਦਾ ਹੈ ਕਿਉਂਕਿ ਇਹ ਪੋਲੀਟੀਕਲ ਸਟੰਟ ਹੈ। ਉਹ ਕੁਝ ਕਹਿੰਦੇ ਆ, ਉਹਨਾਂ ਦੇ ਵੱਧ ਖਿਲਾਫੀ ਕੀਤੀ ਜਾਂਦੀ ਹੈ, ਉਸ ਵੱਧ ਖਿਲਾਫੀ ਤੋਂ ਪਤਾ ਲੱਗਦਾ ਹੈ ਕਿ ਇਹ ਕਿੰਨੀ ਕੁ ਸੱਚਾਈ ਹੈ, ਕਿੰਨਾ ਕੁ ਝੂਠ ਹੈ। ਆਪੋਜੀਸ਼ਨ ਪਾਰਟੀ ਨੇ ਤਾਂ ਸਰ ਕਹਿਣਾ ਹੀ ਹੈ ਬਿਲਕੁਲ। ਇਸ ਟਾਈਮ ਤਾਂ ਆਪੋਜੀਸ਼ਨ ਕੇਜਰੀਵਾਲ ਵੀ ਬੈਠੇ ਆ ਪੰਜਾਬ ਦੇ ਹਿਸਾਬ ਨਾਲ ਦੇਖੀਏ, ਲੇਕਿਨ ਜਦੋਂ ਪਾਰਟੀਆਂ ਦੇ ਵਿੱਚ ਜਦੋਂ ਇਹੋ ਜਿਹੇ ਹੁਣ ਦੇਖੋ ਇਲੈਕਸ਼ਨਾਂ ਦਾ ਦੌਰ ਸ਼ੁਰੂ ਹੋ ਚੁੱਕਿਆ, 2022 ਦੀਆਂ ਇਲੈਕਸ਼ਨਾਂ ਸਿਰ ਤੇ ਆ ਰਹੀਆਂ, ਉਸ 2022 ਦੀਆਂ ਇਲੈਕਸ਼ਨਾਂ ਨੂੰ ਦੇਖਦੇ ਹੋਏ ਆਪਾਂ ਇਹ ਕਹਿ ਸਕਦੇ ਹਾਂ ਕਿ ਲੋਕਾਂ ਦੇ ਵਿੱਚ ਬੜਾ ਜੋਸ਼ ਭਰਨ ਦੀ ਕੋਸ਼ਿਸ਼ ਹੈ ਕਿ ਦੇਖੋ ਹੁਣ ਜਿਵੇਂ ਕੁਝ ਟਾਈਮ ਤੋਂ ਅਸੀਂ ਇੱਥੇ ਸਰਵੇ ਵੀ ਕਰਾਇਆ ਸੀ ਲਾਸਟ ਵੀਕ, ਉਹਦੇ ਵਿੱਚ ਵੀ ਅੱਜ ਦੀ ਡੇਟ 'ਚ ਲੋਕਾਂ ਦੇ ਨਜ਼ਰੀਏ ਥੋੜੇ ਜਿਹੇ ਬਦਲੇ ਆ। ਕਾਂਗਰਸ ਨੂੰ ਲੋਕ ਦਰਕਿਨਾਰ ਕਰ ਰਹੇ ਆ, ਅਕਾਲੀ ਦਲ ਲੋਕ ਇਹ ਕਹਿ ਰਹੇ ਆ ਜੀ ਵਿਖਰੀ ਪਈ ਹੈ, ਅਕਾਲੀ ਦਲ ਦੇ ਵਿੱਚ ਹੈਗਾ ਕੌਣ ਹੈ, ਔਰ ਇਸੇ ਕਰਕੇ ਹੀ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਜਾਂ ਉਹਦਾ ਕਹਿ ਲਓ ਵੀ ਇਸ ਟਾਈਮ ਥੋੜਾ ਰੁਝਾਨ ਜ਼ਿਆਦਾ। ਬਾਕੀ ਟਾਈਮ ਦੱਸੂਗਾ, ਵਕਤ ਦੇ ਹਿਸਾਬ ਨਾਲ ਬਹੁਤ ਕੁਝ ਹੁੰਦਾ ਹੈ, ਇਹ ਹੁਣ ਆਪਾਂ ਆਪਣੇ ਦਰਸ਼ਕਾਂ ਨੂੰ ਆਪਾਂ ਦੱਸਾਂਗੇ। ਹਾਂਜੀ, ਸਿਆਸਤ ਦੀ ਗੱਲ ਬਹੁਤ ਹੋ ਗਈ ਹੈ, ਝੋਨਾ ਫਸਲ ਤਿਆਰ ਹੋ ਕੇ ਵੱਢ ਕੇ ਤਿਆਰ ਮੰਡੀਆਂ ਚਲੇ ਗਈ ਹੈ, ਖਰੀਦਦਾਰੀ ਨਹੀਂ ਹੋ ਰਹੀ, ਕੀ ਸੋਚਦੇ ਹੋ ਸਰ? ਦੇਖੋ ਗੱਲ ਇਹ ਹੈ, ਇਹ ਵੀ ਗੱਲ ਬੜੀ ਹੀ ਇੱਕ ਮਾੜੀ ਹੈ। ਤੁਸੀਂ ਕੁਐਸਚਨ ਬਹੁਤ ਅੱਛਾ ਪੁੱਛਿਆ ਕਸ਼ਮੀਰ ਜੀ। ਉਹਦਾ ਕਾਰਨ ਇਹ ਹੈ ਕਿ ਹਰ ਸਾਲ ਵਾਂਗੂ ਜਿਵੇਂ ਝੋਨੇ ਦੀ ਫਸਲ ਨੂੰ 1 ਤਰੀਕ ਨੂੰ 1/10 ਨੂੰ ਚੁੱਕਿਆ ਜਾਣਾ ਸੀ ਮੰਡੀਆਂ ਦੇ ਵਿੱਚੋਂ, ਜੋ ਕਿ ਸਰਕਾਰ ਨੇ ਪਹਿਲਾਂ ਹੀ ਐਲਾਨਿਆ ਹੁੰਦਾ ਹੈ, ਔਰ ਇੱਕਦਮ 1 ਤਰੀਕ ਤੋਂ 1 ਦਿਨ ਪਹਿਲਾਂ ਹੀ ਇਹ ਖਬਰ ਆ ਜਾਂਦੀ ਹੈ ਕਿ ਝੋਨਾ ਜਿਹੜਾ ਹੈ ਜੀ ਅਗਲੇ 10 ਦਿਨਾਂ 'ਚ ਯਾਨੀ 11 ਤਰੀਕ ਤੋਂ ਚੁੱਕਿਆ ਜਾਊਗਾ। ਔਰ ਨਾਲ ਦੀ ਨਾਲ
ਉਹ ਜਿਹੜੇ ਇੱਥੇ ਪੰਜਾਬ ਦੇ ਕਿਸਾਨ ਹੈ, ਈਵਨ ਹਰਿਆਣੇ ਦੇ ਕਿਸਾਨ ਹੈ, ਉਹ ਆਪਣੇ ਆਪ ਨੂੰ ਐਦਾਂ ਠੱਗਿਆ ਮਹਿਸੂਸ ਕਰਦੇ ਆ। ਉਹ ਆਪਣੇ ਆਪ ਨੂੰ ਐਦਾਂ ਲੱਗਦਾ ਵੀ ਸਾਡੇ ਨਾਲ ਇਹ ਬਿਲਕੁਲ ਫਿਰਕਾ ਪ੍ਰਸਤੀ ਹੋ ਰਹੀ ਹੈ, ਸਾਡੇ ਨਾਲ ਬਿਲਕੁਲ ਇਹ ਸਿਆਸਤ ਹੋ ਰਹੀ ਹੈ, ਵਿਤਕਰਾ ਹੋ ਰਿਹਾ ਵੀ ਇਹ ਅਸੀਂ ਇਸ ਕਰਕੇ ਵੀ ਜਿਵੇਂ ਮੰਨ ਲਓ ਕਿਸਾਨਾਂ ਦਾ ਬਹੁਤ ਵੱਡਾ ਇੱਕ ਦਿੱਲੀ ਬਰੂਹੇ ਦੇ ਉੱਤੇ ਆਪਣੇ ਮੋਰਚਾ ਲੱਗਿਆ ਹੋਇਆ ਔਰ ਉਹ ਸਾਰਾ ਸੈਂਟਰ ਦੇ ਖਿਲਾਫ ਹੀ ਹੈ ਔਰ ਉਹਦੇ ਨਾਲ ਉਹਨਾਂ ਨੂੰ ਇਹ ਬੜਾ ਦਿਲ ਤੇ ਉਹਨਾਂ ਦੇ ਹਰਟ ਹੋਇਆ। ਉਹਦੇ ਨਾਲ ਦੀ ਨਾਲ ਜਿਹੜੇ ਉੱਥੇ ਚੁੰਨੀ ਜੀ ਹੈਗੇ ਆ ਜਾਂ ਆਪਣੇ ਪੰਜਾਬ ਦੇ ਜਿਹੜੇ ਕਿਸਾਨਾਂ ਦੇ ਨੇਤਾ ਹੈ, ਜਿਹੜੀਆਂ ਆਪਣੀਆਂ ਇੱਥੇ ਪਾਰਟੀਆਂ ਨੇ, ਉਹਨਾਂ ਨੇ ਐਲਾਨ ਕੀਤਾ ਕਿ ਜਿੰਨੀ ਦੇਰ ਤੱਕ ਸਾਡਾ ਝੋਨਾ ਇੱਥੋਂ ਚੱਕਿਆ ਨਹੀਂ ਜਾਏਗਾ। ਅੱਜ ਵੀ ਬੜਾ ਇੱਥੇ ਜ਼ੋਰ ਸ਼ੋਰ ਨਾਲ ਲੱਗ, ਤੁਹਾਨੂੰ ਮੈਂ ਹੁਣੇ ਕਹਿਣਾ ਚਾਹਾਂਗਾ, ਤਾਜ਼ਾ ਹੀ ਹੁਣੇ ਤਾਂ ਸਾਡੇ ਸੂਤਰਾਂ ਤੋਂ ਸਾਨੂੰ ਖਬਰ ਆਈ ਹੈ ਕਿ ਪੰਚਕੂਲਾ ਦੇ ਟੋਲ ਬੈਰੀਅਰ ਦੇ ਉੱਤੇ ਬਹੁਤ ਵੱਡਾ ਹੰਗਾਮਾ ਹੋਇਆ। ਉਸ ਹੰਗਾਮੇ ਨੂੰ ਦੇਖਦੇ ਹੋ ਉੱਥੇ ਲਾਠੀਚਾਰਜ ਪੁਲਿਸ ਨੇ ਕੀਤਾ ਗਿਆ ਔਰ ਇਹ ਬੜੀ ਮਾੜੀ ਗੱਲ ਹੈ। ਦੇਖੋ ਅਸੀਂ ਪੁਲਿਸ ਨੂੰ ਵੀ ਇਹ ਗੱਲ ਕਹਿਣਾ ਚਾਹਾਂਗੇ ਕਿ ਲਾਠੀਚਾਰਜ ਕਰਨਾ ਬਹੁਤੀ ਵਧੀਆ ਗੱਲ ਨਹੀਂ। ਨਾਲ ਦੀ ਨਾਲ ਅਸੀਂ ਕਿਸਾਨ ਭਰਾਵਾਂ ਨੂੰ ਵੀ ਇਹ ਕਹਾਂਗੇ ਕਿ ਦੇਖੋ ਤੁਹਾਡੇ ਜਿੰਨੇ ਵੀ ਕਿਸਾਨ ਨੇਤਾ ਨੇ ਉਹਨਾਂ ਨੇ ਇਹੀ ਗੱਲ ਕਹੀ ਹੈ, ਸ਼ਾਂਤਮਈ ਵਾਤਾਵਰਨ ਵੀ ਜੋ ਵੀ ਆਪਾਂ ਅੱਜ ਤੱਕ ਜਿੰਨੇ ਵੀ ਅੱਜ ਧਰਨੇ ਲੱਗੇ ਆ ਜਾਂ ਜਿਹੜਾ ਉੱਥੇ ਵੀ ਆਪਣਾ ਦਿੱਲੀ ਬਰੂਹੇ ਤੇ ਬੈਠੇ ਆ, ਉਹਦੇ ਵਿੱਚ ਬੜਾ ਸ਼ਾਂਤਮਈ ਵਾਤਾਵਰਨ ਸਾਰਾ ਚੱਲ ਰਿਹਾ ਦੌਰ, ਉਹਦੇ ਨਾਲ ਇਸੇ ਕਰਕੇ ਹੀ ਆਪਣਾ ਅੱਜ ਇੱਥੇ ਤੱਕ ਪਹੁੰਚ ਗਿਆ। ਬਟ ਬਾਰਿਸ਼ ਦਾ ਮੌਸਮ ਹੈ, ਮੀਂਹ ਵੀ ਪੈ ਗਿਆ ਹੈ, ਤੇ ਕੀ ਦੇਖਦੇ ਹੋ? ਤੁਹਾਨੂੰ ਪਤਾ ਕਿਸਾਨ ਨੂੰ ਸਾਰੀ ਸਾਲ 6 ਮਹੀਨੇ ਦੀ ਮਿਹਨਤ ਹੁੰਦੀ ਹੈ। ਬਿਲਕੁਲ, ਕੋਈ ਇਹਦੇ ਸ਼ੱਕ ਵਾਲੀ ਗੱਲ ਨਹੀਂ। ਇਸ ਕਰਕੇ ਸੈਂਟਰ ਸਰਕਾਰ ਨੂੰ ਇਹਦੇ ਬਾਰੇ ਬਹੁਤ ਜਲਦੀ ਸੋਚਣਾ ਚਾਹੀਦਾ ਹੈ। ਇਹੋ ਜਿਹਾ ਕੋਈ ਅਲਟੀਮੇਟਮ ਨਹੀਂ ਦੇਣਾ ਚਾਹੀਦਾ, ਇਕੱਠੇ 10 ਦਿਨ ਵਧਾ ਕੇ ਜੀ ਅਸੀਂ 11 ਤਰੀਕ ਨੂੰ ਉੱਥੇ ਝੋਨੇ ਦੀ ਫਸਲ ਚੱਕਾਂਗੇ। ਈਵਨ ਜਿਸ ਦਿਨ ਪਹਿਲੇ ਦਿਨ ਆਪਣੇ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਨੇ ਵੀ ਇਹ ਬਹੁਤ ਇਹਨਾਂ ਦੀ ਨਿਖੇਧੀ ਕੀਤੀ ਸੀ ਕਿ ਭਾਈ ਇਹ ਬਿਆਨ ਦਿੱਤਾ ਸੀ ਵੀ ਇਹ ਬਹੁਤ ਗਲਤ ਗੱਲ ਹੈ। ਇਹਦੇ ਨਾਲ ਦੀ ਨਾਲ ਤੁਹਾਨੂੰ ਅਸੀਂ ਇਹ ਦੱਸ ਦਈਏ ਵੀ ਸਾਡੇ ਕੱਲ ਹੀ ਹਜੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਸਾਹਿਬ ਬਕਾਇਦਾ ਡਾਇਰੈਕਟ ਸਪੈਸ਼ਲ ਮੁੱਖ ਮੰਤਰੀ ਮੋਦੀ ਸਾਹਿਬ ਨੂੰ ਮਿਲ ਕੇ ਆਏ, ਉਹਨਾਂ ਨੂੰ ਇਸ ਬਾਬਤ ਕਹਿ ਕੇ ਆਏ ਵੀ ਇਹ ਜਿਹੜਾ ਕਿਸਾਨਾਂ ਨਾਲ ਬਹੁਤ ਵੱਡਾ ਧੱਕਾ ਹੈ ਔਰ ਇਹਦੇ ਬਾਰੇ ਤੁਸੀਂ ਸੋਚੋ, ਵਿਚਾਰ ਕਰੋ। ਨਾਲ ਦੀ ਨਾਲ ਉਹ 3 ਜਿਹੜੇ ਆਪਣੇ ਕਾਲੇ ਕਾਨੂੰਨ ਜਿਹੜੇ ਬਣੇ ਆ ਪੰਜਾਬ ਦੇ ਕਿਸਾਨਾਂ ਦੇ ਖਿਲਾਫ, ਉਹਦੇ ਬਾਰੇ ਵੀ ਉਹਨਾਂ ਦੀ ਨਿਖੇਧੀ ਕਰਕੇ ਆਏ ਵੀ ਇਹਦੇ ਬਾਰੇ ਵੀ ਤੁਸੀਂ ਸੋਚੋ। ਜਿਹੜੀ ਘੱਟੋ ਘੱਟ ਟੇਬਲ ਦੀ ਵਾਰਤਾ ਹੈਗੀ ਹੈ ਉਹ ਖਤਮ ਨਾ ਹੋਣੀ ਹੋਵੇ ਕਿ ਜਿਵੇਂ ਪਹਿਲਾਂ ਹੱਲ ਤਾਂ ਇਹਦਾ ਟੇਬਲ ਤੇ ਹੀ ਹੋਣਾ, ਜਿਵੇਂ ਉਹ ਪਹਿਲਾਂ ਹੀ ਉਹਨਾਂ ਨੇ ਦੱਸਿਆ ਕਿ ਜਿਵੇਂ ਪਹਿਲਾਂ 11 ਵਾਰ ਦੀ ਮੀਟਿੰਗਾਂ ਹੋ ਚੁੱਕੀਆਂ ਨੇ ਔਰ ਹੁਣ 3-4 ਮਹੀਨੇ ਤੋਂ ਫਰਵਰੀ ਮਾਰਚ ਤੋਂ ਲੈ ਕੇ ਕੋਈ ਮੀਟਿੰਗ ਨਹੀਂ ਹੋਈ। ਉਹ ਇਸ ਕਰਕੇ ਵੀ ਉਹਨਾਂ ਨੂੰ ਇਹ ਗੱਲ ਕਹਿ ਕੇ ਆਏ ਨੇ ਮੁੱਖ ਮੰਤਰੀ ਸਾਹਿਬ ਜਿਹੜੇ ਆਪਣੇ ਪ੍ਰਧਾਨ ਮੰਤਰੀ ਜੀ ਨੂੰ ਵੀ ਭਾਈ ਇਹ ਜਿਹੜੀ ਵਾਰਤਾ ਹੈ ਜ਼ਰੂਰ ਹੋਣੀ ਚਾਹੀਦੀ ਹੈ, ਬੈਠ ਕੇ ਇਹਦਾ ਕੋਈ ਹੱਲ ਕੱਢਣਾ ਚਾਹੀਦਾ। ਇਹ ਉਹਨਾਂ ਨੂੰ ਬੇਨਤੀ ਕੀਤੀ ਕਿਉਂਕਿ ਨਿਰਵਟ ਸਾਲ ਹੋ ਗਿਆ, ਕਿਸਾਨ ਨੇ ਉੱਥੇ ਕਸ਼ਟ ਵੀ ਚੱਲ ਰਹੇ ਨੇ, ਕਈਆਂ ਦੀ ਮੌਤਾਂ ਵੀ ਹੋ ਰਹੀਆਂ ਨੇ, ਤੇ ਸਰਕਾਰ ਨੂੰ ਕੁਝ ਸੋਚਣਾ ਚਾਹੀਦਾ। ਤੇ ਬਿਲਕੁਲ ਦੇਖੋ ਇਹ ਤਾਂ ਨੇੜਤਾ ਲਿਆ ਕੇ ਇਹਦਾ ਹੱਲ ਤਾਂ ਦੇਖੋ ਇੱਕ ਨਾ ਇੱਕ ਦਿਨ ਕੱਢਣਾ ਹੀ ਪੈਣਾ, ਨਹੀਂ ਤਾਂ ਕਿਸਾਨਾਂ ਦੇ ਵਿੱਚ ਜੋ ਇਸ ਟਾਈਮ ਇਹਨਾਂ ਦੇ ਵਿਰੋਧ ਆਈ ਹੋਈ ਆ ਵੀ ਬੀਜੇਪੀ ਦੇ ਲੀਡਰਾਂ ਦਾ ਵਿਰੋਧ ਕਰ ਰਹੇ ਆ, ਆਉਣ ਵਾਲੇ 24 ਦੀਆਂ ਇਲੈਕਸ਼ਨਾਂ ਦੀਆਂ ਧਮਕੀਆਂ ਦੇ ਰਹੇ ਆ। ਈਵਨ ਇੱਥੇ ਤੱਕ ਟਕੈਸ ਰਕੇਸ਼ ਟਕੈਸ ਜੀ ਨੇ ਡਾਇਰੈਕਟਲੀ ਇਹ ਗੱਲ ਕਹਿਤੀ ਹੈ ਕਿ ਮੈਨੂੰ 10 ਸਾਲ ਆਪਣੇ ਸਾਰੇ ਬੰਦਿਆਂ ਨੂੰ ਨਾਲ ਲੈ ਕੇ ਵੀ ਇੱਥੇ ਬੈਠਣਾ ਪਏ, ਮੈਂ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਇਹ ਬਿੱਲ ਕੈਂਸਲ ਨਹੀਂ ਹੁੰਦੇ ਉਨੀ ਦੇਰ ਤੱਕ ਮੈਂ ਇਹ ਜਿਹੜਾ ਬਰੂਹਾ ਛੱਡਾਂਗਾ ਨਹੀਂ, ਟਿਲ ਦਾ ਐਂਡ ਮਤਲਬ ਬੈਠਣ ਲਈ ਤਿਆਰ। ਬਿਲਕੁਲ। ਅੱਛਾ ਜੀ, ਪੰਜਾਬ ਦੀ ਸਿਆਸਤ ਬਹੁਤ ਕੁਝ ਹੋ ਗਿਆ, ਕਿਸਾਨਾਂ ਨੂੰ ਲਗਭਗ ਸਾਲ ਹੋ ਗਿਆ ਧਰਨਿਆਂ ਤੇ ਬੈਠਿਆਂ ਨੂੰ। ਵੋਟਰ ਬੜੇ ਸਿਆਣੇ ਹੋ ਗਏ ਨੇ, ਕਾਂਗਰਸ ਤੋਂ ਲੈ ਲਓ ਚਾਹੇ ਅਕਾਲੀ ਲੈ ਲਓ, ਹਰ ਸਰਕਾਰ ਤੋਂ ਦੁਖੀ ਨੇ। ਵੋਟਰਾਂ ਨੂੰ ਕੋਈ ਅਪੀਲ ਕਰਨੀ ਚਾਹੋਗੇ ਸਰ? ਬਿਲਕੁਲ, ਇਹ ਮੈਂ ਬਹੁਤ ਵਧੀਆ ਤੁਸੀਂ ਇਹ ਕੁਐਸਚਨ ਕੀਤਾ ਔਰ ਇਹਦੇ ਵਾਸਤੇ ਮੈਂ ਡਾਇਰੈਕਟਲੀ ਆਪਣੇ ਵੋਟਰਾਂ ਨੂੰ ਔਰ ਇੱਥੇ ਦੇ ਲੋਕਾਂ ਨੂੰ, ਪੰਜਾਬ ਦੇ ਸੂਬੇ ਦੇ ਜਿੰਨੇ ਵੀ ਸਾਡੇ ਇੱਥੇ ਲੋਕੀ ਸਾਡੇ ਪ੍ਰੋਗਰਾਮ ਸੁਣ ਰਹੇ ਆ, ਉਹ ਆਪਣਾ ਕਮੈਂਟ ਬਾਕਸ ਵਿੱਚ ਕਮੈਂਟ 'ਚ ਸਾਨੂੰ ਸੁਝਾਅ ਵੀ ਦੇ ਸਕਦੇ ਆ। ਨਾਲ ਦੀ ਨਾਲ ਅਸੀਂ ਉਹਨਾਂ ਨੂੰ ਇੱਕ ਚੀਜ਼ ਦਾ ਆਗਾਹ ਕਰਨਾ ਚਾਹੁੰਦੇ ਹਾਂ ਕਿ ਵੋਟਰ ਜਿਹੜੇ ਹੈਗੇ ਆ ਉਹਨਾਂ ਨੂੰ ਸਿਆਣਾ ਬਣਨਾ ਪਊਗਾ। ਉਹਦਾ ਕਾਰਨ ਹੈ ਕਿ ਦੇਖੋ ਇੱਕ ਹੈਗੀ ਹੈ ਰਾਜਨੀਤੀ, ਇੱਕ ਹੈਗੀ ਹੈ ਨੀਤੀ। ਜਦੋਂ ਰਾਜਨੀਤੀ ਅਗਰ ਆਪਣੀ ਸਹੀ ਨੀਤੀ ਨਾਲ ਜਾਂ ਸਹੀ ਨੀਅਤ ਨਾਲ ਨਹੀਂ ਕੀਤੀ ਜਾਏਗੀ, ਉਹਦਾ ਇਹਨਾਂ ਨੂੰ ਜਿੰਨੇ ਮੰਤਰੀ ਹੈ, ਜਿੰਨੇ ਮੁੱਖ ਮੰਤਰੀ ਹੈ, ਜਿੰਨੇ ਕੈਬਨਿਟ ਮੰਤਰੀ ਹੈ ਆਪਣੇ ਦੇਸ਼ ਦੇ ਸੂਬੇ ਦੇ, ਚਾਹੇ ਮੁੱਖ ਮੰਤਰੀ ਹੈ ਚਾਹੇ ਵਿਰੋਧੀ ਧਿਰ ਦੇ ਲੀਡਰ ਹੈ, ਇਹਨਾਂ ਨੂੰ ਮੂੰਹ ਦੀ ਖਾਣੀ ਪਊਗੀ। ਕਿਉਂਕਿ ਜਿਹੜਾ ਇੱਥੇ ਦਾ ਵੋਟਰ ਹੈ ਉਹ ਵੀ ਸਿਆਣਾ ਹੋ ਚੁੱਕਿਆ ਹੈ, ਹੁਣ ਉਹਨਾਂ ਨੂੰ ਸਿਆਣਪ ਵਰਤਣੀ ਪਏਗੀ। ਉਹਦੇ ਨਾਲ ਦੀ ਨਾਲ ਅਸੀਂ ਇਹ ਦੱਸ ਦਈਏ ਆਪਣੇ ਵੋਟਰਾਂ ਨੂੰ, ਦੇਖੋ ਗੱਲ ਇਹ ਹੈ ਆ ਥੋੜੇ ਦਿਨਾਂ ਤੋਂ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲਿਆ ਕਿ ਕਿਵੇਂ ਗੱਦੀ ਦੇ ਪਿੱਛੇ ਕੀ ਹੁੰਦਾ ਹੈ ਔਰ ਗੱਦੀ ਦੀ ਲੜਾਈ ਕਿਸ ਤਰ੍ਹਾਂ ਦੀ ਹੈ। ਔਰ ਉਸ ਗੱਦੀ ਦੀ ਲੜਾਈ ਦੇ ਵਿੱਚ ਜੇ ਕੇਜਰੀਵਾਲ ਸਾਹਿਬ ਆ ਰਹੇ ਆ ਤਾਂ ਉਹ ਆਪਣੀ ਗਰੰਟੀਆਂ ਦੇ ਰਹੇ ਆ, ਪਹਿਲੀ ਗਰੰਟੀ ਦੇ ਗਏ, ਦੂਜੀ ਗਰੰਟੀ ਦੇ ਗਏ। ਉਹਨਾਂ ਦੀ ਗਰੰਟੀ ਨੂੰ ਦਰਕਿਨਾਰੇ ਕਰਦੇ ਹੋਏ ਸੁਖਬੀਰ ਬਾਦਲ ਜੀ ਕਹਿ ਰਹੇ ਆ ਜੀ ਆਹ ਗਰੰਟੀਆਂ ਸਾਰੀਆਂ ਝੂਠੀਆਂ, ਸੱਚ ਕੀ ਹੈ ਝੂਠ ਕੀ ਹੈ ਉਹ ਤੁਹਾਡੇ ਸਾਹਮਣੇ ਹੈ। ਇੱਕ ਪਾਸੇ ਕੈਪਟਨ ਸਾਹਿਬ ਦਿੱਲੀ ਜਾ ਰਹੇ ਆ, ਹੋਮ ਮਿਨਿਸਟਰੀ ਨੂੰ ਮਿਲ ਰਹੇ ਆ,
ਆਪਣਾ ਹੋਮ ਮਿਨਿਸਟਰੀ ਦੇ ਸਾਹਮਣੇ ਦੱਸ ਰਹੇ ਉਹਨਾਂ ਨੂੰ ਕਿ ਭਾਈ ਮੈਂ ਜਿਹੜਾ ਹੈਗਾ ਫੌਜੀ ਬੰਦਾ ਵਾਂ, ਮੈਂ ਦੇਸ਼ ਦੀ ਸੁਰੱਖਿਆ ਦੇ ਨਾਲ ਕੰਮ ਕਰਨਾ ਚਾਹੁੰਦਾ ਵਾਂ, ਔਰ ਜਿਹੜਾ ਮੈਂ ਸੂਬੇ ਦੀ ਸੁਰੱਖਿਆ ਵਾਸਤੇ ਤੁਹਾਨੂੰ ਕਈ ਲੂਪਹੋਲ ਦੱਸ ਕੇ ਜਾ ਰਿਹਾ ਵੀ ਇਹਦੀ ਸੁਰੱਖਿਆ ਬਹੁਤ ਜ਼ਰੂਰੀ ਹੈ। ਉਹ ਆਪਣੇ ਆਪ ਨੂੰ ਇਹ ਗੱਲ ਕਹਿੰਦੇ ਆ ਕਿ ਭਾਈ ਜੋ ਇੱਥੇ ਹੋ ਰਿਹਾ ਇਹਦਾ ਵੀ ਜਿਹੜਾ ਕਿਸਾਨਾਂ ਦਾ ਵੀ ਹੱਲ ਜਿਹੜਾ ਜਲਦੀ ਕੱਢਿਆ ਜਾਵੇ। ਹੁਣ ਉਹ ਕੀ ਹੈ, ਸਿਆਸਤ ਨਹੀਂ ਤੇ ਹੋਰ ਕੀ ਹੈ। ਉਹ ਨਾਲ ਦੀ ਨਾਲ ਇੱਥੇ ਆਪਣੇ ਮੁੱਖ ਮੰਤਰੀ ਚਰਨਜੀਤ ਸਿੰਘ ਜੀ ਚੰਨੀ ਜੀ, ਜਿਹਨੂੰ ਨੂੰ ਬਹੁਤ ਅੱਜ ਦੀ ਡੇਟ ਵਿੱਚ ਲੋਕ ਬਹੁਤ ਭਰਵਾਂ ਹੁੰਗਾਰਾ ਦੇ ਰਹੇ ਆ, ਉਸ ਹੁੰਗਾਰੇ ਨੂੰ ਦੇਖਦੇ ਹੋਏ ਇਹ ਗੱਲ ਲੋਕ ਕਹਿ ਰਹੇ ਆ ਕਿ ਭਾਈ ਸ਼ਾਇਦ ਜਿਹੜੇ 90 ਦਿਨ ਦਾ ਟਾਈਮ ਮਿਲਿਆ ਸਾਨੂੰ ਸਾਡੇ ਇੱਥੇ ਸਰਕਾਰ ਨੂੰ, ਉਹਦੇ ਵਾਸਤੇ ਚੰਨੀ ਜੀ ਤੋਂ ਉਹਨਾਂ ਦੀਆਂ ਬਹੁਤ ਜ਼ਿਆਦਾ ਉਮੀਦਾਂ ਨੇ। ਲੇਕਿਨ ਜਿਹੜਾ ਟਾਈਮ 5 ਮਹੀਨਿਆਂ ਦਾ ਟੋਟਲ ਰਹਿ ਗਿਆ, ਮੰਨ ਲਓ ਐਗਜ਼ਾਮਪਲ ਦੇ ਤੌਰ ਤੇ 3 ਮਹੀਨੇ ਦੀ ਇਹ ਸਰਕਾਰ ਰਹਿ ਗਈ, ਉਸ ਤੋਂ ਬਾਅਦ ਕੋਡ ਆਫ ਕੰਡਕਟ ਲੱਗ ਜਾਏਗਾ, ਉਸ ਜਾਬਤਾ ਲੱਗ ਜਾਏਗਾ ਦੇ ਦੌਰਾਨ ਕੁਝ ਨਹੀਂ ਕੰਮ ਹੋ ਸਕਦਾ। ਇਹਦੇ ਦੌਰਾਨ ਇਹਦਾ ਮਤਲਬ ਇਹ ਹੈ ਕਿ ਜਿਹੜੇ ਵੋਟਰਾਂ ਨੂੰ ਬਹੁਤ ਸੋਚ ਸਮਝ ਕੇ ਇਹ ਹੁਣ ਅੱਗੋਂ ਆਉਣ ਵਾਲੀ ਜਿਹੜੀ ਸਰਕਾਰ ਹੈ ਡਿਸੀਜਨ ਲੈਣਾ ਪਊਗਾ ਕਿ ਕਾਂਗਰਸ ਨੂੰ ਅਸੀਂ ਵੋਟ ਪਾਉਣੀ ਹੈ, ਅਕਾਲੀ ਦਲ ਨੂੰ ਪਾਉਣੀ ਹੈ, ਜਾਂ ਕੋਈ ਹੋਰ ਤੀਸਰਾ ਏਜੰਡਾ ਆਊਗਾ, ਜਾਂ ਕੈਪਟਨ ਸਰਕਾਰ ਜਿਹੜੀ ਸਰਕਾਰ ਅੱਗੇ ਲੈ ਕੇ ਆਪਣੀ ਪਾਰਟੀ ਲੈ ਕੇ ਆ ਰਹੇ ਆ ਨਵੀਂ, ਉਹਨਾਂ ਨੂੰ ਪਾਉਣੀ ਹੈ, ਜਾਂ ਅੱਗੋਂ ਕੇਜਰੀਵਾਲ ਸਾਹਿਬ ਨੂੰ। ਇਹ ਬਹੁਤ ਸਿਆਣਾ ਬਣਨਾ ਪਊਗਾ। ਔਰ ਜਿੱਦਾਂ ਇਹ ਲੀਡਰ ਆਪਣੇ ਆਪ ਨੂੰ ਬੜੇ ਸਿਆਣੇ ਸੁਚੱਜੇ ਬਣਦੇ ਆ ਕਿ ਅਸੀਂ ਆਪਦੀ ਸਰਕਾਰ ਜਦੋਂ ਸਾਡੀ ਆਊਗੀ ਤੇ ਅਸੀਂ ਇਹ ਇੰਜ ਕਰਾਂਗੇ, ਅਸੀਂ ਇਸ ਤਰ੍ਹਾਂ ਕਰਾਂਗੇ, ਇਹ ਸਰਕਾਰ ਆਊਗੀ ਤੇ ਅਸੀਂ ਇਸ ਤਰ੍ਹਾਂ ਤੁਹਾਨੂੰ ਬੈਨੀਫਿਟ ਦੇਵਾਂਗੇ। ਉਹ ਸਾਰੇ ਬੈਨੀਫਿਟ ਤੁਹਾਡੇ ਸਾਹਮਣੇ ਆ। ਲਾਸਟ 10 ਸਾਲ ਦੀ ਜਿਹੜੀ ਸਰਕਾਰਾਂ ਪਹਿਲਾਂ ਆਈਆਂ, ਬਾਦਲ ਸਾਹਿਬ ਦੀ ਤੇ ਭਾਰਤੀ ਜਨਤਾ ਪਾਰਟੀ, ਉਹ ਸਰਕਾਰਾਂ 'ਚ ਵੀ ਤੁਸੀਂ ਦੇਖ ਚੁੱਕੇ ਹੋ। ਕੋਈ ਸਰਕਾਰ ਆਪਣਾ ਇੱਕ ਜਿਹੜਾ ਇੱਥੇ ਦਾ ਰਹਿਣ ਵਾਲਾ ਵਾਸੀ ਹੈ ਉਹ ਅੱਜ ਦੀ ਡੇਟ ਵਿੱਚ ਕਰਜ਼ਾਈ ਹੈ। ਸਰਕਾਰ 3 ਲੱਖ ਕਰੋੜ ਦੀ ਕਰਜ਼ਾਈ ਹੈ। ਉਹ ਕਰਜ਼ਾ ਕਿਵੇਂ ਉਤਰੂਗਾ, ਰੈਵਨਿਊ ਕਿੱਦਾਂ ਆਊਗਾ, ਸਰਕਾਰ ਕਿਵੇਂ ਚੱਲੂਗੀ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਦਾ ਆਪਾਂ ਨੂੰ ਸਾਰੇ ਇੱਥੇ ਰਹਿਣ ਵਾਲੇ ਵਾਸੀਆਂ ਨੂੰ, ਵੋਟਰਾਂ ਨੂੰ ਧਿਆਨ ਰੱਖਣਾ ਪਊਗਾ। ਇਸ ਧਿਆਨ ਨੂੰ ਮੁੱਖ ਰੱਖਦੇ ਹੋਏ ਮੈਂ ਅਪੀਲ ਕਰਦਾ ਤੁਹਾਨੂੰ, ਸਰਕਾਰ ਨੂੰ ਜਿਹੜੀ ਕਿ ਸਿਰਫ ਤੁਹਾਡੇ ਹੱਥ ਦੇ ਵਿੱਚ ਚੁਣਨ ਦਾ ਹੱਕ ਹੈ, ਸਿਰਫ ਤੁਹਾਡੇ ਹੱਥ 'ਚ। ਤੁਸੀਂ ਜਿਹੜੀ ਮਰਜ਼ੀ ਸਰਕਾਰ ਬਣਾ ਸਕਦੇ ਹੋ, ਜਿਹੜੇ ਕਿ ਤੁਸੀਂ ਭੁੱਲੀ ਬੈਠੇ ਹੋ। ਔਰ ਇਹਨਾਂ ਦੀਆਂ ਜਿਹੜੀਆਂ ਚੀਨੀ ਚੁਪੜੀਆਂ ਗੱਲਾਂ ਨੇ, ਉਹ ਤੁਸੀਂ ਸਮਝਦੇ ਹੋ ਕਿ ਹਰ ਬੰਦਾ ਆਪਦੀ ਗੱਲ ਰੱਖਦਾ ਹੈ ਕਿ ਮੈਂ ਆਹ ਕਰ ਦੂੰਗਾ, ਆਹ ਕਰ ਦੂੰਗਾ। ਦੇਖ ਤੁਸੀਂ ਸਭ ਕੁਝ ਲਿਆ। ਜਿਹੜਾ ਵੀ ਸਰਕਾਰ ਆਵੇ, ਆਪਦੀ ਜਿਹੜੀ ਸਰਕਾਰ ਨੂੰ ਤੁਸੀਂ ਆਪਣੇ ਬਰੂਹੇ ਤੇ ਆਉਂਦਿਆਂ ਉਸ ਗੱਲ ਦਾ ਉਹਨਾਂ ਤੋਂ ਇੱਕ ਰਿਟਨ ਐਫੀਡੇਵਿਟ ਲਓ ਕਿ ਭਾਈ ਸਾਨੂੰ ਅਸੀਂ ਇਹ ਅੱਗੇ ਜਿਹੜੀ ਹੈ ਭੁੱਲ ਕਰ ਚੁੱਕੇ ਆ, ਜਾਂ ਸਾਡੇ ਨਾਲ ਧੋਖਾ ਹੋ ਚੁੱਕਿਆ, ਵੀ ਅਸੀਂ ਹੁਣ ਕੀ ਕਰੀਏ। ਬਹੁਤ ਕੁਛ ਹੈ ਤੁਹਾਡੇ ਹੱਥ 'ਚ। ਇਹੀ ਮੇਰੀ ਅਪੀਲ ਹੈ। ਸੋ ਸਾਰੇ ਵੋਟਰਾਂ ਨੂੰ ਧੰਨਵਾਦ, ਨਮਸਕਾਰ। ਮੁੱਖ ਦੀ ਗੱਲ ਇਹ ਹੈ ਕਿ ਪੰਜਾਬ ਦਾ ਵੋਟਰ ਬਹੁਤ ਸਿਆਣਾ ਵਾ, ਆਪਣੇ ਹੱਕ ਦੀ ਲੜਾਈ ਜਾਣ ਲਈ ਜਾਣਦਾ ਵਾ। ਸਰ ਤੁਸੀਂ ਸਾਡੇ ਸਟੂਡੀਓ 'ਚ ਆਏ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਇਹ ਸਨ BK ਬਵੇਜਾ ਜੀ, ਜਿਨ੍ਹਾਂ ਨਾਲ ਅਸੀਂ ਸਿਆਸਤ ਦੇ ਨਾਲ ਪੱਖ ਦੇ ਮੁੱਦਿਆਂ ਤੇ ਗੱਲਬਾਤ ਕੀਤੀ। 2022 ਦੀਆਂ ਚੋਣਾਂ ਵਿੱਚ ਕੀ ਨਵੀਂ ਰੂਪਰੇਖਾ ਹੋਵੇਗੀ, ਸਿਆਸਤ ਵਿੱਚ ਕੀ ਨਵਾਂ ਦੇਖਣ ਨੂੰ ਮਿਲੇਗਾ, ਜਦ ਲੈ ਕੇ ਹਾਜ਼ਰ ਹੋਵਾਂਗੇ। ਬਣੇ ਰਹੋ SMZ ਨਿਊਜ਼ ਦੇ ਨਾਲ।